ਵਾਹਿਗੁਰੂ ਸਾਹਿਬ ਜੀ। ਡੰਡੋਤ ਬੰਦਨ ਅਨਕ ਬਾਰ, ਸਰਬ ਕਲਾ ਸਮਰਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਹਾਂ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤਉ ਸ਼ਰਨਾਏ ਜਿਉ। ਮੈਂ ਆਸਾ ਰੱਖੀ ਚਿਤ ਮੈਂ, ਮੇਰਾ ਸਭੋ ਦੁਖ ਗਵਾਏ ਜਿਉ। ਮੈਂ ਨਾਹੀ ਕਛ ਹਉ ਨਾਹੀ, ਕਿਛ ਆਹੇ ਨਾ ਮੋਰਾ। ਅਵਸਰ ਲੱਜਾ ਰਾਖ ਲਿਹੋ, ਸਦਨਾ ਜਨ ਤੋਰਾ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੈ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਮਾਰੂ ਮਹਿਲਾ ਤੀਜਾ, ਘਰ ਪਹਿਲਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਜਹ ਬੈਸਾ ਲਹਿ ਤਹ ਬੈਸਾ ਸੁਆਮੀ, ਜਹ ਭੇਜਹਿ ਤਹ ਜਾਵਾਂ। ਸਭ ਨਗਰੀ ਮਹਿ ਏਕੋ ਰਾਜਾ, ਸਭੇ ਪਵਿੱਤ ਹੈ ਥਾਵਾਂ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਦੀਵਾਨਾਂ ਦੀ ਹਾਜ਼ਰੀ ਭਰਦੇ ਪਰਮ ਸਨਮਾਨਯੋਗ ਸਤਸੰਗੀ ਜਨੋ, ਆਪ ਜਿੰਨੇ ਗੁਰਦਰਬਾਰ ਵਿੱਚ ਮੌਜੂਦ ਹੋ, ਜਿੰਨੇ ਘਰ ਬੈਠੇ ਸਰਵਣ ਕਰ ਰਹੇ ਹੋ, ਕੋਈ ਵੀ ਰਸਨਾ ਵਿਰਵੀ ਨਾ ਰਹੇ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਮਾਰੂ ਰਾਗ ਦੇ ਅੰਦਰ ਦਰਜ ਸ਼ਬਦ, ਉਹਨਾਂ ਦੀ ਵਿਚਾਰ ਅੱਜ ਆਰੰਭ ਕਰੀਏ। ਜਿਸ ਜਿਹੜੇ 993 ਅੰਕ 'ਤੇ ਸੁਸ਼ੋਭਿਤ ਨੇ। ਵਿਚਾਰ ਆਰੰਭਣ ਤੋਂ ਪਹਿਲਾਂ ਕੋਈ ਵੀ ਰਸਨਾ ਵਾਂਝੀ ਨਾ ਰਹੇ। ਗੱਜ ਵੱਜ ਕੇ ਗੁਰੂ ਬਖਸ਼ੀ ਫਤਿਹ ਸਾਂਝੀ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਰੋ ਮਹੱਲਾ ਤੀਜਾ, ਘਰ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਧੰਨ ਗੁਰੂ ਅਮਰਦਾਸ ਜੀ ਨਾਲ ਸ਼ਬਦਾਂ ਦੇ ਵਿੱਚ ਉਸ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਸਤ ਕਰਤਾਰ ਦੀ ਤਾਕਤ, ਉਹਦੀ ਅਗਮ ਅਵਸਥਾ, ਉਹਦੀ ਅਟਲ ਅਵਸਥਾ, ਉਹਦਾ ਹੁਕਮ ਕੀਤਾ ਕਰਨਾ ਸਰਬ ਰਜ਼ਾਈ ਕਿਛ ਕੀਚਾ, ਜੇ ਕਰ ਸਕੀਐ ਆਪਣਾ ਕੀਤਾ ਕਿਛੂ ਨਾ ਹੋਵੈ, ਜਿਉ ਹਰ ਭਾਵੈ ਤਿਉ ਰੱਖੀਐ। ਇਹ ਹੈ ਪੂਰਨ ਰੂਪ ਦੇ ਵਿੱਚ ਸਮਰਪਿਤ ਹੋ ਜਾਣਾ, ਕਿ ਜਿੱਥੇ ਪ੍ਰਭੂ ਬਿਠਾ ਦੇ ਉਥੇ ਧਨ ਕਰਕੇ, ਮਨ ਕਰਕੇ, ਤਨ ਕਰਕੇ, ਸਭ ਕੁਝ ਕਰਕੇ, ਕੁਰਬਾਨ ਹੋ ਕੇ, ਬਸ ਗੁਰੂ ਦੀ ਅਵਸਥਾ, ਗੁਰੂ ਦੀ ਚੋਜ ਵਾਲੀ ਬਿਰਤੀ ਗੁਰੂ ਹੀ ਜਾਣਦਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਘਰ ਪਹਿਲਾ ਸਿਰਲੇਖ ਹੈ। ਜਹ ਬੈਸਾਲਹਿ ਤੈ ਬੈਸਾ ਸੁਆਮੀ, ਜਹ ਭੇਜੈ ਤਹ ਜਾਵਾਂ। ਇਹਦਾ ਮਤਲਬ ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਾਹਾਂ ਖਾਣੇ, ਨਾਨਕਾ ਸੱਚ ਹੈ। ਸੱਚ ਇਹੀ ਹੈ ਕਿ ਜਿੱਥੇ ਉਹਨੇ ਬਿਠਾਉਣਾ, ਜਿਸ ਧਰਤੀ ਨੂੰ ਅਸੀਂ ਭੋਗਣਾ, ਜਿਸ ਰੱਬ ਦੀ ਰਜ਼ਾ ਦੇ ਵਿੱਚ ਰਹਿ ਕੇ ਅਸੀਂ ਤੁਰਨਾ ਫਿਰਨਾ ਬਹਿਣਾ, ਇਹ ਸਭ ਉਹਦੀ ਰਜ਼ਾ ਦੇ ਵਿੱਚ ਹੈ। ਜਿੱਥੇ ਭੇਜਣਾ ਉਹਨੇ ਭੇਜਣਾ, ਜਿੱਥੇ ਬਿਠਾਣਾ ਉਹਦੀ ਹੁਕਮ ਨੂੰ ਮੰਨ ਕੇ ਉੱਥੇ ਹੀ ਜਾਣਾ। ਸਭ ਨਗਰੀ ਮਹਿ ਏਕੋ ਰਾਜਾ, ਸਭੇ ਪਵਿੱਤ ਹੈ ਥਾਵਾਂ। ਇਹ ਨਹੀਂ ਕਿ ਉਹ ਥਾਂ ਜ਼ਿਆਦਾ ਪਵਿੱਤਰ, ਉਹ ਨਹੀਂ। ਜਿੱਥੇ ਭਗਤ ਬਹਿ ਜਾਏ, ਦੇਹੀ ਕਿਸਕੀ ਬਾਪਰੀ ਪਵਿੱਤਰ ਹੋਏਗੋ ਗ੍ਰਾਮ। ਕਿਉਂਕਿ ਕਬੀਰ ਸਾਹਿਬ ਕਹਿੰਦੇ, ਕਬੀਰ ਸੋਈ ਮੁਖ ਧਨ ਹੈ, ਜਿਤ ਮੁਖ ਨਿਕਸੈ ਰਾਮ। ਜਿਸ ਮੁਖ ਤੋਂ ਪ੍ਰਭੂ ਦਾ ਨਾਮ ਨਿਕਲ ਜਾਏ,
ਫਿਰ ਜਿੱਥੇ ਜਾਏ ਬਹੀਆ ਭਲਾ ਕਹੀਆ ਝੋਲ ਅੰਮ੍ਰਿਤ ਪੀਜੈ। ਉਹ ਜਿੱਥੇ ਵੀ ਜਾਏਗਾ ਉਹਨੂੰ ਇਹ ਪਤਾ ਹੈ ਕਿ ਸਭ ਨਗਰੀ ਮੈਂ ਇੱਕੋ ਰਾਜਾ। ਹਰ ਨਗਰੀ ਉਹਦੀ ਬਣਾਈ ਹੈ, ਹਰ ਥਾਂ ਤੇ ਉਹ ਮੌਜੂਦ ਹੈ। ਕਬੀਰ ਸਾਹਿਬ ਨੂੰ ਕਿਹਾ ਸੀ ਬਨਾਰਸ ਛੱਡੋ ਤੇ ਆਪਣਾ ਚੱਕੋ ਤੋਰੀ ਫੁਲਕਾ ਤੇ ਉੱਠ ਕੇ ਜਾ ਕੇ ਤੁਸੀਂ ਜਾ ਕੇ ਹੜੰਬੇ ਵਸੋ। ਕਬੀਰ ਸਾਹਿਬ ਨੇ ਕਿਹਾ ਸੀ ਕੀ ਹੋ ਗਿਆ, ਤੁਸੀਂ ਕਹਿੰਦੇ ਹੋ ਹੜੰਬੇ, ਇਹ ਕਾਸ਼ੀ ਨੂੰ ਛੱਡ ਕੇ ਮਗਰ ਜਾ ਕੇ ਉੱਥੇ ਨਰਕਾਂ ਦਾ ਨਿਵਾਸ ਮਿਲਦਾ। ਪਰ ਨਹੀਂ, ਜੇ ਕਾਸ਼ੀ ਬਣਾਉਣ ਵਾਲਾ ਰੱਬ ਹੈ ਤੇ ਮਗਰ ਵੀ ਬਣਾਉਣ ਵਾਲਾ ਰੱਬ ਹੈ। ਇਹ ਤੇ ਸਿਰਫ ਮਨ ਦੀ ਸੋਚ ਹੈ, ਇਹ ਮਨ ਦਾ ਵਹਿਮ ਹੈ, ਮਨ ਦਾ ਭਰਮ ਹੈ। ਜੇ ਮਨ ਦੇ ਅੰਦਰ ਚੜ੍ਹਦੀ ਕਲਾ ਹੈ ਫਿਰ ਉਹ ਜਿੱਥੇ ਮਰਜੀ ਜਾਏਗਾ ਉੱਥੇ ਭਲਾਈ ਕਰੇਗਾ। ਸਭ ਨਗਰੀ ਮੈਂ ਏਕੋ ਰਾਜਾ, ਉਹ ਪ੍ਰਭੂ ਹੀ ਹੈ। ਸਭੇ ਪਵਿੱਤ ਹੈ ਥਾਵਾਂ, ਸਾਰੀ ਥਾਮ ਪਵਿੱਤ ਹੈ। ਥਾਨ ਸੁਹਾਵਾ ਪਵਿੱਤ ਹੈ ਜਿੱਥੈ, ਸੰਤ ਸਭਾ ਢੋਈ ਤਿਸੀ ਨੋ ਮਿਲੈ। ਜਿਨ ਪੂਰਾ ਗੁਰੂ ਲਭਾ, ਜਿਨੇ ਪੂਰਾ ਗੁਰੂ ਲੱਭ ਲਿਆ ਉਹ ਫਿਰ ਜਿੱਥੇ ਬਹਿੰਦਾ ਹੈ, ਜਿੱਥੇ ਜਾਂਦਾ ਹੈ, ਉਹਦੇ ਮਨ ਦੇ ਵਿੱਚ ਅਸਥਿਰ ਅਵਸਥਾ ਢੋਈ ਹੁੰਦੀ ਹੈ। ਜੇ ਬਾਬਾ ਦੇਹ ਵਸਾ ਸੱਚ ਗਾਵਾਂ, ਜਾਤੇ ਸਹਜੇ ਸਹਿਜ ਸਮਾਵਾ ਰਹਾਉ। ਸਤਿਗੁਰੂ ਜੀ ਰਹਾਉ ਦੀ ਤੁਕਾਂ 'ਚ ਕਹਿੰਦੇ ਬਾਬਾ ਦੇਹ ਵਸਾ। ਦੇਹ ਦਾ ਮਤਲਬ ਇਹ ਦੇਹੀ ਉੱਥੇ ਵਸੇ ਜਿੱਥੇ ਸੱਚ ਗਾਵਾਂ। ਸੱਚ ਗਾਵਾਂ ਨਹੀਂ ਪੜਨਾ, ਗਾਵਾ। ਜਿੱਥੇ ਸੱਚ ਗਾਵਿਆ ਜਾਂਦਾ ਹੈ, ਸੱਚ ਧਿਆਇਆ ਜਾਂਦਾ ਹੈ, ਸੱਚ ਨੂੰ ਪੂਜਿਆ ਜਾਂਦਾ ਹੈ। ਇਹਦਾ ਮਤਲਬ ਹੈ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਉਹ ਇਸ ਸਤ ਸੰਗਤ ਦਾ ਜ਼ਿਕਰ ਕਰਦੇ ਗੁਰੂ ਅਮਰਦਾਸ ਜੀ, ਜਿਹਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਬੜੇ ਬੇਸ਼ਕੀਮਤੀ ਲਫ਼ਜ਼ਾਂ 'ਚ ਕਹਿੰਦੇ ਹੈ ਕਿ ਮਿਲ ਸਤ ਸੰਗਤ ਖੋਜ ਦਸਾਈ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਮੇਰੀ ਦੇਹ, ਮੈਂ ਅਰਦਾਸ ਕਰਦਾ ਮਹਾਰਾਜ ਵੈਸੇ ਤੇ ਜਿੱਥੇ ਤੁਸੀਂ ਰੱਖੋ ਉਹੀ ਭਲਾ ਹੈ, ਜਿੱਥੇ ਭੇਜੋ ਉਹ ਭਲਾ ਹੈ। ਜਿੱਥੇ ਬਹਿਵਾਂ, ਜਿੱਥੇ ਖਾਵਾਂ, ਜਿੱਥੇ ਰਵਾਂ ਉਹ ਸਭ ਭਲਾ ਹੈ। ਪਰ ਮੇਰੀ ਅਰਦਾਸ ਇਹ ਹੈ ਸੱਚੇ ਪਾਤਸ਼ਾਹ ਕਿ ਮੈਨੂੰ ਉੱਥੇ ਰੱਖੋ ਜਿੱਥੇ ਸੱਚ ਦੀ ਆਰਾਧਨਾ ਹੋ ਰਹੀ ਹੈ। ਭਾਵ ਮੈਂ ਸੰਗਤ ਦਾ ਨੇਮ ਨਾ ਛੱਡਾਂ, ਮੈਂ ਸੰਗਤ ਵਿੱਚ ਬੈਠਾਂ। ਬਾਬਾ ਦੇਹ ਵਸਾਂ, ਮੇਰੀ ਦੇਹੀ ਉੱਥੇ ਵਸੇ। ਜਾਂ ਇਹਦੇ ਦੋ ਅਰਥ ਕੀਤੇ ਨੇ। ਤੂੰ ਮੈਨੂੰ ਇਹੋ ਜਿਹੀ ਕਿਰਪਾ ਕਰ ਕਿ ਮੈਂ ਉੱਥੇ ਵਸਾਂ ਜਿੱਥੇ ਸੱਚ ਦਾ ਆਰਾਧਨ ਹੁੰਦਾ ਹੈ, ਜਿਹਨੂੰ ਸੰਗਤ ਕਿਹਾ ਜਾਤੇ ਸਹਜੇ ਸਹਿਜ ਸਮਾਵਾਂ। ਜਿਸ ਅਵਸਥਾ ਦੇ ਵਿੱਚ ਬੈਠ ਕੇ ਮੈਂ ਕੂੜ ਕਬਾੜ, ਨਿੰਦਾ ਚੁਗਲੀ, ਦੁਐਸ਼, ਈਰਖਾ, ਤਾਤ ਪਰਾਈ, ਬਿਕਾਰੀ ਬਿਰਤੀਆਂ ਦਾ ਸਾਰਿਆਂ ਦਾ ਸਾੜ ਕਰਾਂ, ਸਭ ਦਾ ਨਾਸ਼ ਕਰਾਂ ਤੇ ਮੇਰੇ ਅੰਦਰ ਸਹਿਜ ਤੇ ਸੱਚ ਸਮਾਇਆ ਜਾਏ ਰਹਾਉ। ਬੁਰਾ ਭਲਾ ਕਿਛ ਆਪਸ ਤੇ ਜਾਣਿਆ, ਏਈ ਸਗਲ ਵਿਕਾਰਾ। ਏ ਫੁਰਮਾਇਆ ਖਸਮ ਕਾ, ਹੋਆ ਵਰਤੈ ਏ ਸੰਸਾਰਾ। ਬੁਰਾ ਭਲਾ ਕਿਛ ਆਪਸ ਤੇ ਜਾਣਿਆ। ਮਹਾਰਾਜ ਕਹਿੰਦੇ ਬੁਰਾ ਵੀ ਮਨ ਕਰਕੇ, ਭਲਾ ਵੀ ਮਨ ਕਰਕੇ। ਬਾਹਰ ਕੁਛ ਨਹੀਂ ਹੈ, ਸਭ ਕੁਛ ਬਣਾਇਆ ਹੋਇਆ ਉਸ ਰੱਬ ਦਾ ਹੈ। ਜੇ ਬੁਰਾ ਭਲਾ ਹੈ ਤੇ ਆਪਣੇ ਮਨ ਕਰਕੇ। ਬੰਦੇ ਨੇ ਹੀ ਬੁਰੇ ਤੇ ਭਲੇ ਦੀ ਡੈਫੀਨੇਸ਼ਨਸ ਕੱਢ ਲਈਆਂ। ਉਹ ਬੁਰਾ ਹੈ, ਉਹ ਭਲਾ ਹੈ, ਉਹ ਚੰਗਾ ਹੈ, ਉਹ ਮੰਦਾ ਹੈ। ਸਤਿਗੁਰੂ ਜੀ ਕਹਿੰਦੇ ਇਹ ਸਭ ਮਨ ਦੀ ਬਿਰਤੀ ਹੈ। ਜੇ ਮਨ ਚੰਗਾ ਹੈ ਨਾ ਤੇ ਫਿਰ ਸਭ ਕੁਝ ਚੰਗਾ ਹੈ, ਤੇ ਜੇ ਮਨ ਮੈਲਾ ਹੈ ਤੇ ਮਹਾਰਾਜ ਜੀ ਦਾ ਬਚਨ ਚੇਤੇ ਕਰੋ, ਮਨ ਮੈਲੇ ਸਭ ਕੁਝ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ। ਫਿਰ ਬਾਹਰੋਂ ਸੁਚਮਤਾ ਦੇ ਨਾਲ ਪਵਿੱਤਰਤਾ ਨਹੀਂ ਹੋਣੀ ਕਿੱਥੇ ਵੀ, ਜੋ ਮਰਜ਼ੀ ਕਰ ਲਓ। ਸੋ ਸਾਹਿਬ ਜੀ ਕਹਿੰਦੇ ਬੁਰਾ ਭਲਾ ਇੱਥੇ ਪਹਿਲਾਂ ਵਰਤ ਰਿਹਾ। ਕਿਸੇ ਨੂੰ ਸੁਧਾਰਨ ਤੋਂ ਪਹਿਲਾਂ ਮਹਾਰਾਜ ਕਹਿੰਦੇ ਆਪਣੇ ਅੰਦਰ ਦੀ ਬਿਰਤੀ ਨੂੰ ਜਾਣ ਲਈਏ ਕਿ ਬੁਰਾ ਭਲਾ ਕਹੋ ਕਿਸ ਨੂੰ ਕਹੀਏ ਸਗਲੇ ਜੀ ਤੁਮਾਰੇ। ਕਿਹਨੂੰ ਕਵਾਂ ਬੁਰਾ ਤੇ ਭਲਾ? ਨਾ ਕੋ ਮੂਰਖ ਨਾ ਕੋ ਸਿਆਣਾ ਵਰਤੈ, ਸਭ ਕੁਛ ਤੇਰਾ ਭਾਣਾ। ਵਰਤ ਰਿਹਾ ਸਭ ਤੁਹਾਡਾ ਹੀ। ਇਸ ਕਰਕੇ ਮੈਂ ਕਿਹਨੂੰ ਚੰਗਾ ਆਖਾਂ ਕਿਹਨੂੰ ਮੰਦਾ ਆਖਾਂ। ਕਬੀਰ ਸਭ ਤੇ ਹਮ ਬੁਰੇ, ਹਮ ਧਜ ਭਲੋ ਸਭ ਕੋਏ। ਸਭ ਭਲੇ ਨੇ। ਕਿ ਫਿਰ ਜਿਨੇ ਇਸ ਤਰ੍ਹਾਂ ਬੁੱਝ ਲਿਆ ਨਾ, ਜਿਨ ਐਸੋ ਕਰ ਬੂਝਿਆ ਮੀਤ ਹਮਾਰਾ ਸੋਏ, ਉਹੀ ਚੰਗਾ ਮਿੱਤਰ ਹੈ ਜਿਨੇ ਇਹੋ ਜਿਹਾ ਸਮਝ ਲਿਆ ਕਿ ਇਹ ਮਾੜਾ ਹੈ, ਇਹ ਮਨ ਮੈਲਾ ਹੈ, ਤਾਂ ਅਸੀਂ ਮੈਲਾ ਤੇ ਚੰਗਾ ਕਹਿੰਦੇ ਹਾਂ। ਮਾੜਾ ਤੇ ਇੱਥੋਂ ਹੀ ਨਿੰਦਾ ਦਾ ਜਨਮ ਹੁੰਦਾ। ਨਿੰਦਾ ਦਾ ਜਨਮ ਕਿਉਂ ਹੁੰਦਾ? ਨਿੰਦਾ ਹਉਮੈ ਵਿੱਚੋਂ ਜਨਮਦੀ ਹੈ। ਬਸ ਜਦ ਇਹ ਲੱਗਦਾ ਨਾ ਕਿ ਉਹ ਮਾੜਾ ਹੈ ਤੇ ਮੈਂ ਚੰਗਾ, ਨਿੰਦਾ ਸ਼ੁਰੂ ਹੋ ਜਾਂਦੀ ਹੈ। ਬਸ ਆਪਣੇ ਆਪ ਨੂੰ ਚੰਗਾ ਤੇ ਉਹਨੂੰ ਨੀਵਾਂ, ਉਹਨੂੰ ਮਾੜਾ। ਇਹਨੂੰ ਹੀ ਸਾਹਿਬ ਜੀ ਕਹਿੰਦੇ ਬਾਹਰੋਂ ਕੁਛ ਨਹੀਂ ਹੈ, ਇੱਥੇ ਹੈ ਬੁਰਾ ਭਲਾ ਕਿਛ ਆਪਸ ਤੇ ਜਾਣਿਆ। ਇਹ ਸਾਰਾ ਕੁਛ ਆਪਣੇ ਅੰਦਰੋਂ ਪੈਦਾ ਹੁੰਦਾ ਹੈ।
ਇਹੀ ਸਗਲ ਵਿਕਾਰਾ, ਸਾਰੇ ਵਿਕਾਰਾਂ ਦੀ ਜੜ ਹੀ ਮਨ ਹੈ ਭਾਈ। ਇੱਥੋਂ ਹੀ ਸਭ ਕੁਝ ਪੈਦਾ ਹੁੰਦਾ ਹੈ। ਮਨ ਚੰਗਾ ਹੋ ਜੇ, ਮਨ ਪਵਿੱਤਰ ਹੋ ਜੇ, ਸਭ ਕੁਝ ਚੰਗਾ ਲੱਗਦਾ ਹੈ। ਇਹ ਫਰਮਾਇਆ ਖਸਮ ਕਾ ਹੋਇਆ, ਕਹਿੰਦੇ ਇਹ ਤੇ ਖਸਮ ਨੇ ਫਰਮਾਇਆ ਹੈ, ਇਹ ਤੇ ਸੱਚ ਗੱਲ ਹੈ, ਕੱਲਾ ਫਰਮਾਇਆ ਨਹੀਂ। ਚੰਗਾ ਤੇ ਮੰਦਾ ਹਰ ਇੱਕ ਜੀ ਦੇ ਅੰਦਰ ਰੱਬ ਨੇ ਪਾਤਾ। ਜਿਨ ਰਚ ਰਚਿਆ ਪੁਰਖ ਵਿਧਾਤੇ ਨਾਲੇ ਹਉਮੈ ਪਾਈ, ਤੇ ਇਸ ਹਉਮੈ ਵਿੱਚੋਂ ਹੀ ਤੇ ਚੰਗਾ ਮੰਦਾ ਪੈਦਾ ਹੋਇਆ। ਸਭ ਕੁਝ ਹੈ, ਹਉ ਵਿੱਚ ਆਇਆ, ਹਉ ਵਿੱਚ ਗਿਆ, ਸਭ ਕੁਝ ਹਉ ਦੇ ਵਿੱਚ ਹੈ। ਇੱਥੋਂ ਤੱਕ ਹਉ ਵਿੱਚ ਪਾਪ, ਹਉ ਵਿੱਚ ਪੁੰਨ ਦਾ ਵੀ ਜ਼ਿਕਰ ਹੈ, ਹਉ ਵਿੱਚ ਕੂੜਿਆਰ ਦਾ ਜ਼ਿਕਰ ਹੈ, ਹਉ ਵਿੱਚ ਸਚਿਆਰ ਦਾ ਜ਼ਿਕਰ ਹੈ। ਇਹ ਸਾਰੀਆਂ ਚੀਜ਼ਾਂ ਉਹਨੇ ਹੀ ਬਣਾਈਆਂ ਨੇ। ਇਹਨੂੰ ਕਿਹਾ ਹੈ ਇਹ ਫਰਮਾਇਆ ਖਸਮ ਕਾ ਹੁਆ, ਵਰਤੈ ਇਹ ਸੰਸਾਰਾ। ਬਸ ਇਹ ਭਵਾਟੜੀ ਦੇ ਕੇ ਚੰਗੇ ਮੰਦੇ ਦੀ ਮਹਾਰਾਜ ਜੀ ਨੇ ਬਸ ਚੱਕਰੀ 'ਚ ਪਾਤਾ ਹੈ। ਹੁਣ ਇਹਦੇ ਵਿੱਚੋਂ ਕੋਈ ਬਾਹਰ ਵਿਰਲਾ ਆ ਕੇ ਦਿਖਾਉਂਦਾ ਹੈ, ਨਹੀਂ ਤਾਂ ਅਸੀਂ ਸਾਰੇ ਮਹਾਰਾਜ ਜੀ ਕਹਿੰਦੇ ਇਸ ਭਵਾਟੜੀ ਦੇ ਵਿੱਚ, ਇਸ ਚੱਕਰ ਦੇ ਵਿੱਚ ਪਏ ਹੋਏ ਨੇ। ਉਹ ਚੰਗਾ, ਉਹ ਮੰਦਾ, ਮੇਰੇ ਤੋਂ ਕੋਈ ਚੰਗਾ ਨਹੀਂ, ਮੈਂ ਸਭ ਤੋਂ ਚੰਗਾ, ਮੇਰੇ ਤੋਂ ਸਾਰੇ ਮਾੜੇ। ਸਾਹਿਬ ਜੀ ਕਹਿੰਦੇ ਇਹ ਰੱਬ ਦਾ ਹੁਕਮ ਹੈ, ਜਿਹਨੂੰ ਨਾਮ ਵਿਸਰ ਜਾਏ ਬਸ ਉਹ ਚੰਗੇ ਮੰਦੇ ਦੇ ਗੇੜ 'ਚ ਪੈ ਜਾਂਦਾ ਹੈ ਜੀ। ਇੰਦਰੀ ਧਾਤ ਸਬਲ ਕਹੀਅਤ ਹੈ, ਇੰਦਰੀ ਕਿਸ ਤੇ ਹੋਈ, ਆਪੇ ਖੇਲ ਕਰੇ ਸਭ ਕਰਤਾ, ਐਸਾ ਬੂਝੈ ਕੋਈ। ਇੰਦਰੀ ਧਾਤ ਸਬਲ ਕਈ ਹੱਤ ਹੈ, ਸਾਰੀ ਇੰਦਰੀਆਂ ਵਿੱਚੋਂ ਸਭ ਤੋਂ ਤਾਕਤਵਰ ਇੰਦਰੀ ਕਾਮ ਕਿਹਾ ਗਿਆ ਹੈ। ਪਰ ਇੰਦਰੀ ਕਿਸ ਤੇ ਹੋਈ? ਇਹ ਕਾਮੁਕ ਭਾਵਨਾ ਪਾਉਣ ਵਾਲਾ ਵੀ ਤੇ ਰੱਬ ਹੀ ਹੈ ਨਾ, ਇਹ ਵੀ ਤੇ ਉਹਨੇ ਪਾਈ ਹੈ। ਆਪੇ ਖੇਲ ਕਰੇ ਸਭ ਕਰਤਾ, ਐਸਾ ਬੂਝੈ ਕੋਈ। ਜਦ ਉਹਨੇ ਵਿਕਾਰ ਪਾਤੇ ਹੈ ਤੇ ਜਿੰਨੇ ਵਿਕਾਰ ਪਾਏ ਨੇ ਉਹਨਾਂ ਵਿਕਾਰਾਂ ਦਾ ਇਲਾਜ ਵੀ ਉਹਦੇ ਕੋਲ ਹੈ। ਇਹਦਾ ਮਤਲਬ ਗੁਰੂ ਅਮਰਦਾਸ ਜੀ ਕਹਿੰਦੇ ਕਿਥੇ ਹੋਰ ਨਾ ਭਜੋ, ਕਿਸੇ ਹੋਰ ਯਤਨ ਦੇ ਨਾਲ ਇਹਨਾਂ ਇੰਦਰੀ ਰੂਪੀ ਵਿਕਾਰਾਂ ਨੂੰ ਕਾਬੂ ਨਹੀਂ ਕੀਤਾ ਜਾਏਗਾ। ਇੰਦਰੀ ਜਿੱਤ ਉਹੀ ਹੋਏਗਾ ਜਿਹੜਾ ਗੁਰੂ ਦੀ ਸ਼ਰਨ ਵਿੱਚ ਆਏਗਾ। ਗੁਰੂ ਹੀ ਸਮਝਾਏਗਾ ਕਿ ਇਹ ਰੱਬ ਨੇ ਪਾਇਆ ਹੈ ਤੇ ਰੱਬ ਹੀ ਇਹ ਤਾਕਤ ਦੇਗਾ ਕਿ ਇਹਨਾਂ ਇੰਦਰੀਆਂ ਨੂੰ ਕਾਬੂ ਕਿਵੇਂ ਕਰਨਾ ਹੈ। ਆਪੇ ਖੇਲ ਕਰੇ ਸਭ ਕਰਤਾ, ਐਸਾ ਬੂਝੈ ਕੋਈ। ਕੋਈ ਵਿਰਲਾ ਹੈ, ਹੈਣ ਵਿਰਲੇ ਨਾ ਹੀ ਘਣੇ, ਫੈਲ ਫੱਕੜ ਸੰਸਾਰ। ਕੋਈ ਵਿਰਲਾ ਹੈ ਜਿਹੜਾ ਇੰਦਰੀ ਜਿੱਤ ਬਣਦਾ ਹੈ ਜੀ। ਗੁਰ ਪ੍ਰਸਾਦੀ ਏਕ ਲਿਵ ਲਾਗੀ, ਦੁਬਿਧਾ ਤਦੇ ਬਿਨਾਸੀ, ਜੋ ਤਿਸ ਭਾਣਾ ਸੋ ਸਤ ਕਰ ਮਾਨਿਆ, ਕਾਟੀ ਜਮ ਕੀ ਫਾਸੀ। ਗੁਰ ਪ੍ਰਸਾਦੀ ਏਕ ਲਿਵ ਲਾਗੀ, ਬਸ ਇੱਕ ਦਾ ਧਿਆਨ ਆ ਜਾਏ। ਕਿਣਕਾ ਏਕ ਜਿਸ ਜੀ ਬਸਾਵੇ, ਤਾਕੀ ਮਹਿਮਾ ਗਨੀ ਨਾ ਆਵੇ। ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੇ। ਹੋਰ ਸਭ ਕੁਝ ਛੱਡ ਦਈਏ, ਸਿਰਫ ਇੱਕ ਵਸ ਜੇ, ਉਹ ਹੈ ਪ੍ਰਭੂ। ਗੁਰ ਪ੍ਰਸਾਦੀ ਏਕ ਲਿਵ ਲਾਗੀ, ਦੁਬਦਾ ਤਦੇ ਬਿਨਾਸੀ। ਤਾਂ ਦੁਬਦਾ ਦਾ ਨਾਸ਼ ਹੁੰਦਾ ਹੈ, ਜੋ ਤਿਸ ਭਾਣਾ ਸੋ ਸਤ ਕਰ ਮਾਨਿਆ। ਬਸ ਪ੍ਰਭੂ ਦੇ ਭਾਣੇ ਨੂੰ ਸਿਰ ਮੱਥੇ ਮੰਨ ਲਿਆ ਕਿ ਸਾਹਿਬ ਜੀ ਕਿ ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ, ਚਲਤੇ ਰਾਖਿਓ ਚੀਤ। ਸਭ ਕੁਛ ਆਗਿਆ ਮੈਂ ਭੂਖ, ਸੋਈ ਕਰ ਸੂਖਾ, ਸੂਖ ਹਰਕ ਨਹੀਂ ਜਾਣਿਓ, ਜੋ ਜੋ ਹੁਕਮ ਭਇਓ ਸਾਹਿਬ ਕੋ, ਸਿਰ ਮਾਥੇ ਲੈ ਮਾਨਿਓ। ਬਸ ਆਪਣੇ ਸਿਰ ਮੱਥੇ ਗੁਰੂ ਦੇ ਭਾਣੇ ਨੂੰ ਮੰਨ ਲੈਣਾ। ਜੋ ਤਿਸ ਭਾਣਾ ਸੋ ਸਤ ਕਰ ਮਾਨਿਆ, ਕਾਟੀ ਜਮ ਕੀ ਫਾਸੀ। ਜਿੰਨੇ ਹੁਕਮ ਮੰਨਿਆ ਉਹਦੇ ਜਮਾਂ ਦੀ ਫਾਹੀ ਵੱਢੀ ਜਾਂਦੀ ਹੈ ਜੀ। ਭਣਤ ਨਾਨਕ ਲੇਖਾ ਮੰਗੈ ਕਵਨਾ, ਜਾ ਚੂਕਾ ਮਨ ਅਭਿਮਾਨਾ, ਤਾਸ ਤਾਸ ਧਰਮ ਰਾਏ ਜਪਤ ਹੈ, ਪਏ ਸੱਚੇ ਕੀ ਸ਼ਰਨਾ। ਭਣਤ ਦਾ ਮਤਲਬ ਹੈ ਜਪਣਾ, ਬੋਲਣਾ। ਗੁਰੂ ਨਾਨਕ ਸਾਹਿਬ ਆਰਾਧਦੇ ਨੇ, ਜਪਦੇ ਨੇ, ਗਾਵਦੇ ਨੇ, ਉਧਾਰ ਕਰਦੇ ਨੇ। ਉਹਨਾਂ ਦਾ ਬੋਲਿਆ ਹੋਇਆ ਇੱਕ ਇੱਕ ਬਚਨ ਸ੍ਰਿਸ਼ਟੀ ਨੂੰ ਠੰਡ ਦਿੰਦਾ ਹੈ। ਭਣਤ ਨਾਨਕ ਲੇਖਾ ਮੰਗੈ ਕਵਨਾ, ਕਹਿੰਦੇ ਫਿਰ ਕਿਹੜਾ ਲੇਖਾ ਮੰਗੇਗਾ? ਇੱਕ ਤੇ ਅੱਜ ਲੇਖਾ ਮੰਗਿਆ ਜਾਏਗਾ, ਲੇਖਾ ਰੱਬ ਮੰਗੇਸੀ ਆ, ਬੈਠਾ ਕੱਢ ਵਹੀ, ਉਹ ਤੇ ਵਹੀ ਕੱਢੀ ਬੈਠਾ, ਉਹਨੇ ਤੇ ਲੇਖਾ ਮੰਗਣਾ, ਉਹਨੇ ਕਰਨਾ ਸਾਰਾ ਕੁਝ। ਪਰ ਜਿਹੜਾ ਨਾਮ ਦੇ ਵਿੱਚ ਜੁੜ ਗਿਆ, ਭਣਤ ਨਾਨਕ ਮੰਗੈ ਕਵਨਾ, ਭਣਤ ਨਾਨਕ ਲੇਖਾ ਮੰਗੈ ਕਵਨਾ। ਕੌਣ ਲੇਖਾ ਮੰਗੇਗਾ ਫਿਰ? ਜਾ ਚੂਕਾ ਮਨ ਅਭਿਮਾਨਾ, ਜੇ ਮਨ ਦਾ ਮਾਣ ਹੀ ਖਤਮ ਹੋ ਗਿਆ। ਇਹ ਪਤਾ ਲੱਗ ਗਿਆ ਕਿ ਭਾਈ ਨਿੰਦਾ ਹਉਮੈ ਵਿੱਚੋਂ ਪੈਦਾ ਹੋਈ ਹੈ। ਇਹ ਪਤਾ ਲੱਗ ਗਿਆ ਦੋ ਹੀ ਕਾਰਨ ਨਿੰਦਾ ਦੇ ਨੇ। ਇੱਕ, ਜਾਂ ਤਾਂ ਕਿਸੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਂਦਾ,
ਤਾਂ ਨਿੰਦਾ ਨਿਕਲਦੀ ਆ ਉਸ ਬਾਰੇ। ਤੇ ਜਾਂ ਬੰਦਾ ਆਪਣੇ ਆਪ ਨੂੰ ਸਭ ਤੋਂ ਸਿਰਮੌਰ ਸਮਝਦਾ, ਦੂਸਰੇ ਨੂੰ ਦੁੱਕਾ ਤਿੱਕਾ ਹੀ ਸਮਝਦਾ, ਤਾਂ ਨਿੰਦਾ ਨਿਕਲਦੀ ਹੈ। ਜਦ ਅਭਿਮਾਨ ਹੀ ਖਤਮ ਹੋ ਗਿਆ, ਜਦ ਇਹ ਮਨ ਨੇ ਕਬੂਲ ਕਰ ਲਿਆ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਜੇ ਕਬੂਲ ਕਰ ਲਿਆ ਨਾ, ਫਿਰ ਮਹਾਰਾਜ ਜੀ ਕਹਿੰਦੇ ਫਿਰ ਸਭ ਅਭਿਮਾਨ ਖਤਮ ਹੋ ਜਾਂਦਾ ਹੈ। ਫਿਰ ਇਸ ਨਿਮਰਤਾ ਦੇ ਵਿੱਚੋਂ ਜਿਹੜਾ ਨਾਮ ਦਾ ਫਲ ਪ੍ਰਗਟ ਹੁੰਦਾ ਹੈ, ਉਹਦੇ ਵਿੱਚ ਸਾਹਿਬ ਜੀ ਕਹਿੰਦੇ ਹੈ ਜਮ ਵੀ ਫਿਰ ਕੋਈ ਲੇਖਾ ਨਹੀਂ ਮੰਗਦਾ। ਤਾਸ ਤਾਸ ਧਰਮ ਰਾਏ ਜਪਤ ਹੈ, ਪਏ ਸੱਚੇ ਕੀ ਸ਼ਰਣਾ। ਜਿਹੜਾ ਸੱਚੇ ਦੀ ਸ਼ਰਨ ਵਿੱਚ ਆ ਜਾਏ ਨਾ, ਤੇ ਜਮਰਾਜ ਵੀ, ਜਮਰਾਜ ਦੇ ਜਿੰਨੇ ਵੀ ਚਿੱਤਰਗੁਪਤ ਵੀ, ਭਾਵੇਂ ਜਿੰਨੇ ਦੂਤ ਨੇ, ਤਰਾਹੇ ਤਰਾਹੇ ਹਾਏ ਹਾਏ, ਤਰਾਸ ਤਾਸ 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 ਕਹਿੰਦੇ ਤਰਾਹੇ ਤਰਾਹੇ ਹਾਏ ਹਾਏ ਕਰਕੇ ਭੱਜਣਗੇ। ਜਿਹਨੂੰ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹਉ ਨਾ ਤੂੰ। ਹਉ ਦਾ ਮਤਲਬ ਹੈ ਜਮਰਾਜ ਕਹਿੰਦਾ ਮੈਂ ਨਾ, ਮੈਂ ਤੇ ਆਪਣੇ ਦੂਤਾਂ ਨੂੰ ਕਹਿੰਦਾ ਨਾ ਤੁਸੀਂ, ਨਾ ਹੋ ਨਾ ਤੂੰ, ਨਹਿ ਚੁਠੈ ਨਿਕਟ ਨਾ ਜਾਇਓ ਦੂਤ। ਜਮ ਦੂਤ ਵੀ ਬੰਦਗੀ ਕਰਨ ਵਾਲੇ ਦੇ ਨੇੜੇ ਨਹੀਂ ਜਾਂਦੇ, ਹਾਏ ਹਾਏ ਕਰਕੇ ਉਹ ਭਜਦੇ ਨੇ। ਕਿਹਦੇ ਕੋਲੋਂ? ਜਿਹੜੇ ਸੱਚੇ ਦੀ ਸ਼ਰਨ 'ਚ ਭਜਦੇ ਨੇ, ਜਿਹੜੇ ਸੱਚੇ ਦੀ ਸ਼ਰਨ 'ਚ ਪੈਂਦੇ ਨੇ। ਕਬੀਰ ਸਾਹਿਬ ਦਾ ਇੱਕ ਬਚਨ, ਕਬੀਰ ਆਈ ਮੁਝੈ ਪੇ ਅਨਕ ਕਰੇ ਕਰ ਭੇਖ। ਕਹਿੰਦੇ ਇਹ ਜਿਹੜੀ ਬਾਹਰ ਦੀ ਮਾਇਆ, ਹਉਮੈ, ਇਹ ਅਭਿਮਾਨ, ਇਹ ਤੇਰ ਮੇਰ, ਇਹ ਨਿੰਦਾ, ਕਹਿੰਦੇ ਮੇਰੇ ਦਰ ਤੇ ਵੀ ਆਈ ਸੀ, ਇੱਥੇ ਵੀ ਆਈ ਸੀ, ਇੱਕ ਨਹੀਂ ਕਈ ਭੇਖ ਬਣਾ ਕੇ ਆਈ ਸੀ, ਪਰ ਮੈਨੂੰ ਕਿਹਨੇ ਬਚਾਇਆ? ਹਮ ਰਾਖੇ ਗੁਰ ਆਪਣੇ। ਕਹਿੰਦੇ ਮੈਂ ਗੁਰੂ ਦੀ ਸ਼ਰਨ 'ਚ ਚਲਾ ਗਿਆ। ਉਨ ਕੀਨੋ ਆਦੇਸ਼, ਕਹਿੰਦੇ ਉਹ ਮਾਇਆ, ਉਹ ਹਉਮੈ, ਉਹ ਜਮਰਾਜ, ਉਹ ਸਾਰੇ ਦੂਤ, ਕਹਿੰਦੇ ਉਹ ਵੀ ਕਹਿੰਦੇ ਮੈਨੂੰ ਨਮਸਕਾਰ ਕਰਕੇ ਵਾਪਸ ਮੁੜ ਕੇ। ਇਹੀ ਗੁਰੂ ਅਮਰਦਾਸ ਜੀ ਕਹਿੰਦੇ ਜਿਹੜਾ ਰੱਬ ਦਾ ਨਾਮ ਜਪਦਾ ਹੈ, ਜਮਰਾਜ ਧਰਮਰਾਜ ਉਹ ਵੀ ਹਾਏ ਹਾਏ ਕਰਕੇ ਭਜਦੇ ਨੇ ਜੇ। ਮਾਰੂ ਮਹਿਲਾ ਤੀਜਾ ਆਵਣ ਜਾਣਾ ਨਾ ਥੀਐ, ਨਿਜ ਘਰ ਵਾਸਾ ਹੋਏ, ਸੱਚ ਖਜ਼ਾਨਾ ਬਖਸ਼ਿਆ ਆਪੇ ਜਾਣੈ ਸੋਏ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਇਸ ਲੜੀ ਦੇ ਵਿੱਚ ਇਹ ਦੂਸਰਾ ਸ਼ਬਦ ਹੈ। ਕੁੱਲ 5 ਸ਼ਬਦ ਨੇ ਸਤਿਗੁਰ ਜੀ ਦੇ। ਸਾਹਿਬ ਜੀ ਕਹਿੰਦੇ ਆਵਣ ਜਾਣਾ ਨਾ ਥੀਐ, ਨਿਜ ਘਰ ਵਾਸਾ ਹੋਏ। ਤੇ ਇਹ ਨਿਜ ਘਰ ਕਿਹੜਾ ਹੈ? ਜਿਹਨੂੰ ਆਪਾਂ ਰੋਜ਼ ਸੋਹਲੇ 'ਚ ਪੜ੍ਹਦੇ ਹਾਂ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬੌਰ ਨਾ ਹੋਏ ਗੋ ਫੇਰਾ। ਇਹ ਨਿਜ ਘਰ ਕੋਈ ਬਾਹਰ ਦਾ ਨਹੀਂ ਹੈ। ਨਿਜ ਮਤਲਬ ਆਪਣਾ ਆਪਣਾ ਆਪਣਾ। ਇਸ ਕਰਕੇ ਗੁਰੂ ਅਮਰਦਾਸ ਜੀ ਕਹਿੰਦੇ ਆ ਪਰ ਘਰ ਨੂੰ ਤਕਣਾ ਛੱਡ ਦੋ, ਨਿਜ ਘਰ ਦੀ ਸੋਝੀ ਲਈਏ। ਪਰਾਇਆ ਘਰ ਇਹਨੂੰ ਹੀ ਤੇ ਬਾਹਰ ਪਰਾਏ ਬੈਸਣਾ, ਸਾਈਂ ਮੁਝੇ ਨਾ ਤੇ ਜੇ ਤੂੰ ਐਵੇਂ ਰਖਸੀ ਤਾਂ ਜੀਓ ਸਰੀਰ ਹੋਲੇ। ਹੁਣ ਜੇ ਪਰਾਏ ਘਰਾਂ ਦੇ ਵਿੱਚ ਹੀ ਝਾਕਣਾ ਹੈ ਤੇ ਫਿਰ ਗੁਰੂ ਪਾਤਸ਼ਾਹ ਜੀ ਕਹਿੰਦੇ ਆ ਉਹ ਜੀਵਨ ਪ੍ਰਵਾਨ ਨਹੀਂ ਹੈ। ਬਾਬਾ ਸ਼ੇਖ ਫਰੀਦ ਜੀ ਵੀ ਕਹਿੰਦੇ ਪ੍ਰਵਾਨ ਨਹੀਂ ਹੈ। ਉਹ ਜੀਵਨ ਪ੍ਰਵਾਨ ਹੈ ਜਿਹੜਾ ਨਿਜ ਦੀ ਸੋਝੀ ਹੋਏ। ਥਿਰਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਇਹਨੂੰ ਹੀ ਬੇਗਮਪੁਰਾ ਸ਼ਹਿਰ ਕੋ ਨਾਉ, ਦੁਖ ਅੰਦੋ ਨਾਹੀ ਤਹਿ ਠਾਉ, ਨਾ ਤਸਵੀਜ਼ ਖਿਰਾਜ਼ ਨਾ ਮਾਲ, खौफ ना खता ना तरस जवाल, अब मैं खूब वतन गह पाई। ये वाला है अब तो जाए चढ़े सिंहासन। ये निज महल है, आवन जाना ना थी है, निज घर वासा होए, सच खजाना बख्शिया आपे जाना सोए। जिन्हों ये खजाना बख्श दिता ना, ਜਾਂ ਤਾਂ ਉਹ ਭਗਤ ਜਾਣਦਾ ਤੇ ਜਾਂ ਉਹ ਰੱਬ ਜਾਣਦਾ। ਤੀਸਰਾ ਕੋਈ ਵੀ ਨਹੀਂ ਹੈ, ਕਿਉਂਕਿ ਕਾਹੇ ਰੇ ਬਕਬਾਦ ਲਗਾਇਓ, ਜਿਨ ਹਰ ਪਾਇਓ ਤਿਨਹਿ ਛੁਪਾਇਓ। ਅਸੀਂ ਬੋਲਣ ਵਾਲਿਆਂ ਵਿੱਚੋਂ ਆ, ਪਰ ਜਿਨ੍ਹਾਂ ਨੇ ਪਾਲਿਆ ਉਹ ਖਜ਼ਾਨਾ ਜਿਨ੍ਹਾਂ ਨੂੰ ਰੱਬ ਨੇ ਬਖਸ਼ ਦਿੱਤਾ, ਜਾਂ ਉਹ ਭਗਤ ਜਾਣਦੇ ਨੇ ਜਾਂ ਉਹ ਪ੍ਰਭੂ ਜਾਣਦਾ ਹੈ ਜੀ। ਏ ਮਨ ਹਰ ਜੀਉ ਚੇਤ ਤੂੰ, ਮਨੋ ਤਜ ਵਿਕਾਰ, ਗੁਰ ਕੈ ਸ਼ਬਦ ਧਿਆਏ ਤੂੰ, ਸੱਚ ਲੱਗੀ ਪਿਆਰ ਰਹਾਉ। ਏ ਮਨ ਹਰ ਜੀ ਧਿਆਏ ਤੂੰ, ਜੋ ਸੰਗੀ ਹੈ ਤੇਰੋ, ਅਵਸਰ ਬੀਤਿਓ ਜਾਤ ਹੈ, ਕਹਿਓ मान लो मेरो। ਮੇਰਾ ਕਿਹਾ ਮੰਨ ਲੈ, ਹਰ ਜਸ ਰੇ ਮਨਾ ਗਾਇ ਲੈ। ਸਤਿਗੁਰੂ ਜੀ ਕਹਿੰਦੇ ਤੂੰ ਗਾ ਲੈ, ਗੁਰੂ ਤੇਗ ਬਹਾਦਰ ਸਾਹਿਬ, ਹਰ ਜਸ ਰੇ ਮਨਾ ਗਾਇ ਲੈ, ਜੋ ਸੰਗੀ ਹੈ ਤੇਰੋ। ਤੇ ਸੰਗੀ ਕੌਣ ਹੈ? ਸੰਗੀ ਮਾਤ ਪਿਤਾ ਭਾਈ ਸੁਤ ਬਨਤਾ ਇਸ਼ਟ ਮੀਤ ਅਰ ਭਾਈ। ਇਹ ਵੀ ਤੇ ਸੰਗੀ ਨੇ ਨਾ। ਇਹਨਾਂ ਨਾਲ ਜੇ ਇਕੱਲੇ ਬੈਠ ਕੇ ਗੱਲਾਂ ਹੀ ਮਾਰਨੀਆਂ, ਖਾਣਾ ਪੀਣਾ ਹੀ ਹੈ, ਬਾਹਰ ਦਾ ਵਰਤੋਂ ਵਿਹਾਰ ਹੀ ਹੈ, ਮੇਲ ਸਰੀਰਕ ਹੀ ਹੈ, ਬਸ ਇਸ ਤੋਂ ਵੱਧ ਕੁਛ ਨਹੀਂ। ਤੇ ਮਹਾਰਾਜ ਕਹਿੰਦੇ ਨਾ, ਫਿਰ ਇਹ ਜੀਵਨ ਅੰਤੇ ਕੋ ਨਾ ਸਹਾਈ। ਫਿਰ
ਇਹ ਜੋ ਦੁਨੀਆ ਸਹਿਰ ਮੇਲਾ ਦਸਤਗੀਰੀ ਨਾ ਹੈ। ਸਾਹਿਬ ਜੀ ਕਹਿੰਦੇ ਏ ਮਨ ਹਰ ਜਿਉ ਚੇਤ ਤੂੰ, ਚੇਤਨਾ ਹੈ ਤੂੰ ਚੇਤ ਲੈ ਨਿਸ ਦਿਨ ਮੈਂ। ਨਿਸ ਦਿਨ ਦਾ ਮਤਲਬ ਅੱਜ ਦੀ ਰਾਤ ਤੋਂ ਹੀ, ਅੱਜ ਤੋਂ ਹੀ, ਹੁਣ ਤੋਂ ਹੀ। ਨਿਸ ਦਿਨ ਮਹਿ ਪ੍ਰਾਣੀ ਛਿਨ ਛਿਨ ਔਦ ਬਿਹਾਦ ਹੈ, ਫੂਟੇ ਘਟ ਜਿਉ ਪਾਣੀ। ਕਿਉਂਕਿ ਹਮ ਆਦਮੀ ਹਾਂ ਇੱਕਦਮੀ, ਮੋਹਲਤ ਮੌਤ ਨਾ ਜਾਣਾ, ਨਹੀਂ ਜਾਣਾ। ਇਹ ਵੀ ਨਹੀਂ ਪਤਾ ਮਤ ਕੇ ਜਾਪੈ ਸਾ ਆਵੇ ਕੇ ਨਾ ਆਵੇ ਰਾਮ। ਇਸ ਕਰਕੇ ਏ ਮਨ ਹਰ ਜਿਉ ਚੇਤ ਤੂੰ, ਮਨੋ ਤਜ ਵਿਕਾਰ। ਮਨ ਦੀ ਮੈਲ ਨੂੰ ਤਿਆਈਏ, ਤਿਆਗੀਏ, ਛੱਡ ਦਈਏ। ਗੁਰ ਕੈ ਸ਼ਬਦ ਧਿਆਏ ਤੂੰ ਸੱਚ ਲੱਗੀ ਪਿਆਰ। ਸ਼ਬਦ ਨੂੰ ਧਿਆਉਣਾ ਸ਼ੁਰੂ ਕਰੋ। ਇੱਥੇ ਮਹਾਰਾਜ ਜੀ ਨੇ ਧਿਆਏ ਕਿਹਾ। ਧਿਆਏ ਦਾ ਮਤਲਬ ਜਪਣ ਤੋਂ ਨਹੀਂ ਹੁੰਦਾ, ਧਿਆਏ ਦਾ ਮਤਲਬ ਧਿਆਨ ਤੋਂ ਹੁੰਦਾ ਹੈ। ਮਨ ਦੇ ਅੰਦਰ ਸੱਚੇ ਸ਼ਬਦ ਦਾ ਧਿਆਨ ਜਿਹੜਾ ਧਾਰੇਗਾ, ਉਹਨੂੰ ਪ੍ਰੇਮ ਪਟੋਲਾ ਤਹਿ ਸ਼ੈ ਦਿੱਤਾ ਢੱਕਣ ਕੂਪਤ ਮੇਰੀ। ਦਾਨਾ ਬੀਨਾ ਸਾਈ ਮਹਿੰਡਾ ਨਾਨਕ ਸਾਰ ਨਾ ਜਾਣਾ ਤੇਰੀ। ਉਹਦੇ ਅੰਦਰ ਨੈਣ ਪਸੰਦੋ ਸੋਏ ਪੇਖ ਮੁਸ਼ਤਾਕ ਪਈ। ਮੁਸ਼ਤਾਕ ਪ੍ਰੇਮ, ਅਦਭੁਤਤਾ, ਅਚਰਜਤਾ ਪੈਦਾ ਹੋਏਗੀ। ਸੱਚੇ ਪ੍ਰਭੂ ਦੇ ਨਾਲ ਮੇਰੇ ਮਨ ਮਿਸ਼ਟ ਲਗੇ ਪ੍ਰਿਆ ਬੋਲਾ। ਗੁਰਬਾਹਾਂ ਪਕੜ ਪ੍ਰਭ ਸੇਵਾ ਲਾਏ, ਸਦ ਦਿਆਲ ਹਰ ਢੋਲਾ। ਫਿਰ ਗੁਰੂ ਦੇ ਬਚਨ ਮਿੱਠੇ ਲੱਗਣਗੇ। ਇਹ ਸੱਚਾ ਪਿਆਰ ਬਾਣੀ ਨਾਲ, ਗੁਰੂ ਨਾਲ, ਸਿੱਖੀ ਨਾਲ, ਸਿੱਖੀ ਸੇਵਕੀ ਨਾਲ, ਮਨੁੱਖਤਾ ਨਾਲ, ਕਾਇਨਾਤ ਨਾਲ, ਕੁਦਰਤ ਨਾਲ, ਕੁੱਲ ਸੰਸਾਰ ਤੇ ਪਾਤਾਲਾਂ ਪਾਤਾਲ ਬ੍ਰਹਿਮੰਡ ਨਾਲ। ਇਹ ਤਾਂ ਪੈਦਾ ਹੋਏਗਾ ਜਿਸ ਦਾ ਸਫ਼ਰ ਪਹਿਲੀ ਪੌੜੀ ਗੁਰ ਸ਼ਬਦ ਨੂੰ ਧਿਆਉਣਾ ਹੈ ਜੀ ਰਹਾਓ। ਐਥੈ ਨਾਉ ਭੁੱਲਿਆ ਫਿਰ ਹੱਥ ਕਿਥਾਉ ਨਾ ਪਾਏ। ਜੋਨੀ ਸਭ ਪਵਾਈਨ ਬਿਸ਼ਟਾ ਮਾਹੇ ਸਮਾਏ। ਐਥੇ ਨਾਵਹੁ ਭੁੱਲਿਆ ਫਿਰ ਹੱਥ ਕਿਥਾਉ ਨਾ ਪਾਏ। ਬੇੜਾ ਬੰਦ ਨਾ ਸਕਿਓ ਬੰਧਨ ਕੀ ਵੇਲਾ। ਜੇ ਹੁਣ ਬੰਨ ਲਿਆ, ਹੁਣ ਜਪ ਲਿਆ, ਹੁਣ ਧਿਆ ਲਿਆ, ਹੁਣ ਸਮਝ ਗਏ, ਤੇ ਫਿਰ ਮਹਾਰਾਜ ਜੀ ਕਹਿੰਦੇ ਬਹੁਤ ਚੰਗਾ ਮੌਕਾ ਹੈ। ਤੇ ਫਿਰ ਇਸ ਤੋਂ ਬਾਅਦ ਫਿਰ ਹੱਥ ਨਹੀਂ ਪੈਣਾ ਕਿੱਥੇ। ਇਸ ਤੋਂ ਬਾਅਦ ਇਹ ਮਨੁੱਖਾ ਦੇਹੀ ਦੁਬਾਰਾ ਨਹੀਂ ਮਿਲਣੀ, ਇਹ ਜੀਵਨ ਦੁਬਾਰਾ ਨਹੀਂ ਮਿਲਣਾ। ਇਹ ਸਤ ਸੰਗਤ ਦੀਆਂ ਘੜੀਆਂ ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਇਹ ਨਹੀਂ ਮਿਲਣਾ। ਐਥੈ ਨਾਮੋਂ ਭੁੱਲਿਆ ਫਿਰ ਹੱਥ ਕਿਥਾਉ ਨਾ ਪਾਏ। ਕਿੱਥੇ ਹੱਥ ਨਹੀਂ ਪੈਣਾ, ਕਿੱਥੇ ਜ਼ੋਰ ਨਹੀਂ ਚੱਲਣਾ। ਜੂਨੀ ਸਭ ਭਵਾਈਨ ਬਿਸ਼ਟਾ ਮਾਹੇ ਸਮਾਏ। ਫਿਰ ਜਿੰਨੀਆਂ ਜੂਨੀਆਂ ਤੁਹਾਨੂੰ ਦਿਸਦੀਆਂ, ਮਹਾਰਾਜ ਕਹਿੰਦੇ ਨਾ, ਜਿੰਨੀਆਂ ਦਿਸਦੀਆਂ, ਜਿੰਨੀਆਂ ਗਿਣ ਸਕਦੇ ਹੋ, ਕਹਿੰਦੇ ਉਨੀਆਂ ਜੂਨੀਆਂ ਵੀ ਘੱਟ ਨੇ ਜਿਹਦੇ ਵਿੱਚ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ। ਫਿਰ ਇਸ ਤੋਂ ਬਾਅਦ ਜਿਹੜਾ ਸਫ਼ਰ ਹੈ ਉਹ ਬਿਸ਼ਟਾ ਦੀ ਜੂਨਾਂ ਵਿੱਚ ਹੀ ਪੈਂਦਾ ਹੈ ਜੀ। ਭਾਗੀ ਗੁਰ ਪਾਇਆ ਪੂਰਬ ਲਿਖਿਆ ਮਾਏ। ਅਨ ਦਿਨ ਸੱਚੀ ਭਗਤ ਕਰ ਸੱਚਾ ਲਏ ਮਿਲਾਈ। ਥੋੜਾ ਥੋੜਾ ਅਸਾਂ ਸਾਰਿਆਂ ਨੇ ਜਪਿਆ ਹੈ। ਗੁਰੂ ਅਮਰਦਾਸ ਜੀ ਕਹਿੰਦੇ ਜਪਿਆ ਤੇ ਤਾਈਓ ਅੱਜ ਬੈਠੇ ਹਾਂ। ਥੋੜੀ ਥੋੜੀ ਬੰਦਗੀ ਕਿਥੇ ਨਾ ਕਿਥੇ, ਕੁਝ ਇਸ ਜਨਮਾਂ ਦੀ ਹੈ, ਕੁਝ ਪਿਛਲੇ ਜਨਮਾਂ, ਕੁਝ ਇਸ ਜਨਮ ਦੀ, ਕਈ ਪਿਛਲੇ ਪੂਰਬਲੇ ਜਨਮਾਂ ਦੀ ਲਈ ਫਿਰਦੇ ਹਾਂ। ਇਹ ਕਰਕੇ ਤੇ ਅੱਜ ਸਾਨੂੰ ਇਹ ਨਸੀਬ ਹੋਇਆ ਪਲ, ਇਹ ਮੌਕਾ ਕਿ ਅਸੀਂ ਵੀ ਆਪਣੇ ਮਨ ਦੀ ਇਨਫਿਨਾਈਟ ਜਿਹੜੀ ਪਾਵਰ ਹੈ, ਤਾਕਤ ਹੈ, ਮਨ ਦੀ ਸੋਝੀ ਕਰ ਸਕੀਏ। ਇਹ ਜਾਣ ਸਕੀਏ ਕਿ ਇਹ ਜੀਵਨ ਇਕੱਲਾ ਖਾਣ ਪੀਣ ਤੇ ਹੱਸਣ ਸੌਣ ਵਾਸਤੇ ਨਹੀਂ ਹੈ। ਇਸ ਮਨ ਦੀ ਕੁਝ ਵੱਖਰੀ ਖੇਡ ਵਰਤ ਰਹੀ ਹੈ। ਇੱਕ ਯੂਨੀਕਨੈਸ ਹੈ ਸਭ ਦੇ ਅੰਦਰ। ਇੱਕ ਆਪਣੇ ਆਪ ਨੂੰ ਤਰਾਸ਼ਣ ਦੀ ਇੱਕ ਗਤ ਮਿੱਤ ਹੈ। ਬੰਦਾ ਦੇਵ ਤੋਂ ਰੱਬ ਤੱਕ ਪਹੁੰਚ ਸਕਦਾ ਹੈ। ਇਸ ਕਰਕੇ ਪਹਿਲਾਂ ਗੁਰੂ ਦੇਵਤਾ ਬਣਾਉਂਦਾ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ। ਫਿਰ ਉਹ ਅਵਸਥਾ ਹੌਲੀ ਹੌਲੀ ਕਰ ਕਰਕੇ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਹਰ ਦੇ ਰੂਪ ਦੇ ਵਿੱਚ ਉਹਦੇ ਵਰਗੀ ਹੋ ਜਾਂਦੀ ਹੈ। ਇਹ ਵਾਲੀ ਜਿਹੜੀ ਸਮਰਥਾ ਹੈ, ਇਸ ਸਮਰਥਾ ਦੀ ਪਛਾਣ ਗੁਰੂ ਸਾਹਿਬ ਕਰਾਉਂਦੇ ਨੇ। ਵੱਡ ਭਾਗੀ ਗੁਰ ਪਾਇਆ ਪੂਰਬ ਲਿਖਿਆ ਮਾਏ ਮੇਰੀ ਮਾਂ। ਇਹ ਪੂਰਬਲੇ ਕਰਮ ਸਨ, ਇਹ ਚੰਗੀ ਬੰਦਗੀ ਸੀ। ਪੂਰਬ ਕਰਮ ਅੰਕੁਰ ਜਬ ਪ੍ਰਗਟੇ ਪੇਟਿਓ ਰਸਿਕ ਪੁਰਖ ਬੈਰਾਗੀ। ਇਹ ਪੂਰਬਲੇ ਕਰਮਾਂ ਦਾ ਬੈਠੇ ਜਪਿਆ ਹੋਇਆ ਕਮਾਇਆ ਤੇ ਤੁਹਾਡੇ ਬੰਦਗੀ ਵਾਲਿਆਂ ਦੇ ਚਿਹਰਿਆਂ ਦੇ ਦਰਸ਼ਨ ਹੋਏ ਨੇ। ਤੁਹਾਡੇ ਬੰਦਗੀ ਵਾਲਿਆਂ ਦੇ ਚਰਨਾਂ ਦੀ ਧੂੜ ਮਸਤਕ ਨੂੰ ਲਾਣ ਨੂੰ ਮਿਲੀ ਹੈ। ਹੁਣ ਇੱਕ ਕੰਮ ਕਰੀਏ, ਅੰਦਿਨ ਸੱਚੀ ਭਗਤ ਕਰ ਸਾਚਾ ਲੈ ਮਿਲਾਏ। ਹੁਣ ਪਿੱਛੇ ਨਾ ਮੁੜੀਏ, ਹੁਣ ਬਸ ਵਿਕਾਰਾਂ ਤੋਂ ਤੌਬਾ ਕਰੀਏ। ਅਗਾਹਾਂ ਕੋ ਤਰਾਂਗ
ਪਿਛਾ ਫਿਰ ਨਾ ਮੋਢੜਾ, ਨਾਨਕ ਸਿਜ ਇਵੇਹਾ ਵਾਰ, ਬਹੁੜ ਨਾ ਹੋਈ ਜਨਮੜਾ। ਹੁਣ ਮੌਕਾ ਦੁਬਾਰਾ ਨਹੀਂ ਮਿਲਣਾ। ਹੁਣ ਸੱਚੀ ਮੁੱਚੀ ਮਨ ਨੂੰ ਟਿਕਾ ਕੇ ਇੱਕਮਿਕ ਹੋ ਕੇ ਜਿੱਥੇ ਗ੍ਰਿਸਤ ਕਮਾ ਰਹੇ ਹਾਂ, ਜਿੱਥੇ ਦੁਨੀਆ ਦੇ ਕਾਰਜ ਕਰ ਰਹੇ ਹਾਂ, ਉਸੀ ਸ਼ਿੱਦਤ ਨੇ ਨਾਲ ਪ੍ਰਭੂ ਦੀ ਬੰਦਗੀ ਬਾਣੀ ਨੂੰ ਵੀ ਧਿਆਈਏ ਜੀ। ਆਪੇ ਸ੍ਰਿਸ਼ਟ ਸਭ ਸਾਜੀਅਨ, ਆਪੇ ਨਦਰ ਕਰੇ, ਨਾਨਕ ਨਾਮ ਵਡਿਆਈਆਂ, ਜੈ ਭਾਵੈ ਤੈਂਦੇ। ਆਪੇ ਸ੍ਰਿਸ਼ਟ ਸਭ ਸਾਜੀਅਨ, ਸਾਜਣ ਵਾਲਾ ਉਹੀ ਹੈ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀ ਹੈ, ਕਰ ਆਸਨ ਡਿਠੋ ਚਾਓ। ਉਹੀ ਹੈ ਕਰਨ ਵਾਲਾ। ਆਪੇ ਸ੍ਰਿਸ਼ਟ ਸਭ ਸਾਜੀਅਨ, ਆਪੇ ਨਦਰ ਕਰੇ। ਇਸ ਕਰਕੇ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ ਮਹਿ ਜੰਤ ਉਪਾਇਨ, ਤਿਨਾ ਭੀ ਰੋਜ਼ੀ ਦੇ। ਉਹ ਰੋਜ਼ੀ ਦੇਣ ਵਾਲਾ, ਤਿਨਾ ਭੇ ਰੋਜ਼ੀ ਦੇ। ਉਹ ਉਹਨਾਂ ਨੂੰ, ਇਸ ਕਰਕੇ ਸਾਰਿਆਂ ਨੂੰ ਰੋਜ਼ੀ ਦੇਣ ਵਾਲਾ ਹੈ, ਸਾਰਿਆਂ ਨੂੰ ਰਜ਼ਾ ਬਖਸ਼। ਰਜ਼ਾ ਭਾਵ ਉਹਦੀ ਜਿਹੜੇ ਰਜ਼ਾ ਦੇ ਵਿੱਚ ਰਹਿਣਾ ਸਿੱਖ ਜਾਂਦਾ ਹੈ ਨਾ, ਉਹਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਜਾਨ ਕੋ ਦੇਤ, अजान को देत, जमीन को देत, जमान को दे हैं, काहे को डोलत है तुमरी सुध, सुंदर श्री पदमापत ऐ। वो इत्थे ही है, वो देख रहा है, वो देगा। वो इत्थों तक साडे गुनाह ते पर्दा पा के भी देगा। वो देण वाला है कि दीन दयाल दया निध, दोखन देखत है पर देत ना हार। वो देण तो नहीं पिछे हटता, वो दे रहा है। ਤੇ ਇੱਥੇ ਲੈ ਲੈ ਕੇ ਮੁਕਰਨ ਵਾਲੇ ਵੀ ਬਹੁਤ ਨੇ। ਕੇਤੇ ਲੈ ਲੈ ਮੁਕਰ ਪਾਏ, ਜਿਹੜੇ ਮੁਕਰ ਰਹੇ ਨੇ ਉਹਨਾਂ ਨੂੰ ਵੀ ਦੇ ਰਿਹਾ। ਇਸ ਕਰਕੇ ਮਹਾਰਾਜ ਜੀ ਕਹਿ ਰਹੇ, ਉਹਨੇ ਸ੍ਰਿਸ਼ਟ ਸਾਜੀ ਹੈ, ਉਹ ਆਪ ਨਦਰ ਵੀ ਕਰਦਾ ਹੈ। ਨਾਨਕ ਨਾਮ ਵਡਿਆਈਆਂ, ਜੈ ਭਾਵੈ ਤੈ ਦੇ। ਦੁਨੀਆ ਦੀ ਸਾਰੀ ਚੀਜ਼ਾਂ ਭਾਵੇਂ ਇਕੱਠੀਆਂ ਕਰ ਲੋ, ਪਰ ਨਾਮ ਕੀ ਵਡਾਈ ਦਈ ਗੁਰ ਰਾਮਦਾਸ ਕੋ। ਕਿਸੇ ਵਿਰਲੇ ਨੂੰ ਨਾਮ ਦੀ ਵਡਿਆਈ ਮਿਲੀ ਹੈ। ਗੁਰੂ ਰਾਮਦਾਸ ਦੀ ਵੀ ਝੋਲੀ ਪਈ ਸੀ, ਕਿੱਥੋਂ ਉੱਠ ਕੇ ਆਏ, ਚੂਨਾ ਮੰਡੀ ਤੋਂ। ਨਾ ਪਿਤਾ ਦਾ ਸਾਇਆ, ਨਾ ਮਾਂ ਦਾ ਸਾਇਆ, ਬਸ ਬਾਸਰਕੇ ਦੀ ਧਰਤੀ ਤੇ ਨਾਨੀ ਲੈ ਕੇ ਆਈ। ਗੋਇੰਦਵਾਲ ਦੀ ਧਰਤੀ ਤੇ ਗੁਰੂ ਅਮਰਦਾਸ ਜੀ ਪਾਤਸ਼ਾਹ ਸੱਚੇ ਨੇ ਸਿਰ ਤੇ ਹੱਥ ਰੱਖਤਾ, ਤੇ ਨਾਨੀ ਕਹਿੰਦੀ ਹੁਣ ਸਿਰ ਤੇ ਗੁਰੂ ਦਾ ਹੱਥ ਨਹੀਂ, ਸਿਰ ਤੇ ਅਕਾਲ ਦਾ ਹੱਥ ਆ ਗਿਆ, ਅਕਾਲ ਪੁਰਖ ਦਾ ਹੱਥ ਆ ਗਿਆ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਦਿਪ, ਤੂੰ ਮੇਰਾ ਭਰਾਤਾ। ਤੇ ਕਦੀ ਗੁਰੂ ਰਾਮਦਾਸ ਜੀ ਨੇ ਨਹੀਂ ਸੋਚਿਆ ਸੀ ਕਿ ਭਾਵੇਂ ਤਨ ਤੇ ਚਿੱਕੜ ਲੱਗਿਆ, ਲੀੜੇ ਮੈਲੇ ਨੇ, ਕਿਉਂਕਿ ਸ਼ਬਦ ਗੁਰੂ ਅਮਰਦਾਸ ਦੇ ਤੁਸੀਂ ਪੜ੍ਹ ਰਹੇ ਹੋ। ਇਹ ਇਤਿਹਾਸ ਨਾ ਵਿਸਰਿਓ। ਗੁਰੂ ਰਾਮਦਾਸ ਜੀ ਹੁਕਮ ਤੋਂ ਆ ਕੇ ਨਹੀਂ ਹੋਏ। ਉਹਨਾਂ ਨੇ ਇਹ ਨਹੀਂ ਸੋਚਿਆ ਹੋਏਗਾ ਕਿ ਭਾਵੇਂ ਮੈਂ ਜਵਾਈ ਭਾਈਆਂ, ਪਰ ਮੇਰਾ ਹਾਲ ਕੀ ਹੈ, ਮੇਰੇ ਤਨ ਤੇ ਚਿੱਕੜ ਲੱਗਿਆ ਹੋਇਆ, ਲੀੜੇ, ਮੈਂ ਸਿਰ ਤੇ ਟੋਕਰਿਆਂ ਦਾ ਭਾਰ ਚੱਕ ਰਿਹਾ, ਮੈਂ ਮਿੱਟੀ ਢੋ ਰਿਹਾ ਲਾਹੌਰੀਏ ਤੱਕ। ਪਰ ਉਹਨਾਂ ਨੇ ਕਦੀ ਮਨ 'ਚ ਨਹੀਂ ਆਉਣ ਦਿੱਤਾ। ਤੇ ਜਿਸ ਦਿਨ ਗੁਰੂ ਦੀ ਬਰਕਤ ਵਰਤੀ ਤੇ ਟੋਕਰਾ ਹੀ ਗੁਰੂ ਨਾਨਕ ਸਾਹਿਬ ਦੇ ਘਰ ਦਾ ਛਤਰ ਹੋ ਗਿਆ। ਜੇ ਲਾਹੌਰੀਏ ਆ ਕੇ ਕਹਿੰਦੇ ਮਤ ਨੂੰ ਦਾਗ ਲਾਤਾ, ਗੁਰੂ ਰਾਮਦਾਸ ਜੀ ਨੇ ਐਸੀ ਗਤ ਮਿਤ ਜਾਤ ਪਾਤ ਦੇ ਉੱਤੇ ਉੱਠ ਕੇ ਬਿਰਤੀ ਵਰਤਾਈ ਕਿ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤ ਗੁਰੂ ਕਹਾਵੈ। ਇਹ ਬਰਕਤ ਗੁਰੂ ਅਮਰਦਾਸ ਜੀ ਦੇਣ ਵਾਲੇ ਨੇ। ਇਸ ਕਰਕੇ ਸਾਹਿਬ ਜੀ ਕਹਿੰਦੇ ਨਾਨਕ ਨਾਮ ਵਡਿਆਈਆਂ, ਵਡਿਆਈਆਂ ਹੈਗੀਆਂ ਨਾਮ ਦੇ ਵਿੱਚ, ਸਭ ਵਡਿਆਈਆਂ ਹਰ ਨਾਮ ਵਿੱਚ। ਬਸ ਹਰ ਗੁਰਮੁਖ ਧਿਆਈਐ, ਗੁਰਮੁਖ ਹੋ ਕੇ ਉਹਨੂੰ ਧਿਆ ਲਓ। ਜੇ ਵਸਤ ਮੰਗੀਐ ਸਾਈ ਪਾਈਐ, ਜੇ ਨਾਮ ਚਿਤ ਲਾਈਐ। ਜੋ ਮੰਗੋਗੇ ਉਹ ਮਿਲ ਜਾਏਗਾ, ਪਰ ਪਹਿਲਾਂ ਨਾਮ ਮੰਗ ਲਈਏ। ਨਾਮ ਦੀ ਵਰਤੀ ਬਖਸ਼ਿਸ਼ ਐਸੀ ਹੈ ਕਿ ਜਿਹਨੂੰ ਮਿਲ ਜੇ ਉਹਨੂੰ ਸ੍ਰਿਸ਼ਟੀ ਦਾ ਰਾਜ ਵੀ ਮਿਲ ਜਾਂਦਾ ਹੈ, ਪਰ ਇਹ ਉਹਨੂੰ ਮਿਲਦੀ ਹੈ ਜਿਹਦੇ ਉੱਤੇ ਧੰਨ ਗੁਰੂ ਅਮਰਦਾਸ ਜੀ ਕਹਿੰਦੇ ਪਾਰ ਬ੍ਰਹਮ ਵਾਹਿਗੁਰੂ ਜੀ ਦੀ ਬਖਸ਼ਿਸ਼ ਹੁੰਦੀ ਹੈ ਜੀ। ਮਾਰੂ ਮਹਿਲਾ ਤੀਜਾ, ਪਿਛਲੇ ਗੁਨਾਹ ਬਖਸ਼ਾਏ ਜਿਉ, ਅਬ ਤੂੰ ਮਾਰਗ ਪਾਏ, ਹਰ ਕੀ ਚਰਣੀ ਲਾਗ ਰਹਾ, ਵਿੱਚੋਂ ਆਪ ਗਵਾਏ। ਅਸੀਂ ਇਹ ਸ਼ਬਦ ਗੁਰੂ ਨਾਨਕ ਸਾਹਿਬ ਜੀ ਦਾ ਪੜ੍ਹਿਆ, ਜਿਹੜਾ ਸ਼ਬਦ ਗੁਰੂ ਅਮਰਦਾਸ ਜੀ ਨੇ ਹੀ ਸੁਣਿਆ ਸੀ, ਜਿਸ ਸ਼ਬਦ ਦੇ ਰਾਹੀਂ ਕਿ ਕਾਇਆ ਆਰਣ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ, ਕੋਇਲੇ ਪਾਪ ਪੜੇ ਤਿਸ ਊਪਰ, ਮਨ ਜਲਿਆ ਸੰਨੀ ਚਿੰਤ ਪਈ, ਭਇਆ ਮਨੂਰ ਕੰਚਨ ਫਿਰ ਹੋਵੈ, ਜੇ ਗੁਰ ਮਿਲੈ ਤਿਨੇਹਾ।
ਗੁਰੂ ਅਮਰਦਾਸ ਜੀ ਨੂੰ ਇਹ ਚਿੰਤਾ ਸੀ ਕਿ ਮੈਂ ਇੰਨੀ ਉਮਰ ਲੰਘਾ ਲਈ, ਇੰਨੇ ਪਾਪ ਕੀਤੇ, ਸਭ ਕੁਝ ਮੈਂ ਜੋ ਕਰਮ ਕਾਂਡ ਕਰਦਾ ਰਿਹਾ, ਉਹਦੀ ਤੇ ਇੱਕੋ ਤੁਕ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਖਲਾਸੀ ਕਰਤੀ, ਦੱਸਤਾ ਕਿ ਭਾਈ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਇਹ ਤੇ ਕੀਤਾ ਹੋਇਆ ਤਿਲ ਜਿੱਡਾ ਵੀ ਨਹੀਂ ਦੇ ਕੇ ਗਿਆ ਮੈਨੂੰ। ਮਨ ਦੇ ਅੰਦਰ ਚਿੰਤਾ ਸੀ, ਫੁਰਨੇ ਸਨ, ਮਨ ਦੇ ਅੰਦਰ ਭਾਰ ਸੀ, ਪਰ ਉਹ ਭਾਰ ਕਿਵੇਂ ਉਤਰ ਗਿਆ? ਗੁਰੂ ਅਮਰਦਾਸ ਜੀ ਕਹਿੰਦੇ ਇਉਂ ਉਤਰ ਗਿਆ। ਇਹ ਬਚਨ ਜਿਹੜਾ ਨੰਦ ਲਾਲ ਸਿੰਘ ਨੇ ਕਹੇ ਨੇ, ਆਗੇ ਸਮਝ ਚਲੋ ਨੰਦ ਲਾਲਾ, ਪਾਛੇ ਜੋ ਬੀਤੀ ਸੋ ਬੀਤੀ। ਕਿਉਂਕਿ ਬੰਦਗੀ ਕਰਨ ਲੱਗਿਆ ਪਿਛਲੇ ਪਾਪਾਂ ਦਾ ਭਾਰ ਵੀ ਅੱਗੇ ਪੈਂਦਾ। ਪਰ ਸਾਹਿਬ ਜੀ ਕਹਿੰਦੇ ਸੁਚੇਤ ਹੋ ਕੇ ਗੁਰੂ ਦੀ ਸ਼ਰਨ ਵਿੱਚ ਆਓ ਤੇ ਇਹ ਆਖੋ, ਪਿਛਲੇ ਅਵਗੁਣ ਬਖਸ਼ ਲਏ ਪ੍ਰਭ ਆਗੇ ਮਾਰਗ ਪਾਵੇ। ਸਾਡੇ ਅਵਗੁਣਾਂ ਨੂੰ ਬਖਸ਼ ਲਿਓ, ਇਹੀ ਕਿਰਪਾ ਹੈ। ਮਾਰੂ ਮਹੱਲਾ ਤੀਜਾ, ਪਿਛਲੇ ਗੁਨਾਹ ਬਖਸ਼ਾਏ ਜੀਓ ਅਬ ਤੂੰ ਮਾਰਗ ਪਾਏ। ਇੱਥੇ ਅਸੀਂ ਬਹਿ ਰਹੇ ਹਾਂ ਨਾ, ਅਸੀਂ ਕਹਿੰਦੇ ਹਾਂ ਸਾਡਾ ਸਬਰ ਨਹੀਂ ਰਿਹਾ, ਸਾਡਾ ਕੁਝ ਬਣ ਨਹੀਂ ਰਿਹਾ, ਸਾਡਾ ਕੁਝ ਅਧਿਆਤਮਕਤਾ ਦੇ ਮਾਰਗ ਦੇ ਉੱਤੇ ਕੋਈ ਅਹਿਸਾਸ ਨਹੀਂ ਪੈਦਾ ਹੋ ਰਿਹਾ। ਗੁਰੂ ਅਮਰਦਾਸ ਜੀ ਕਹਿੰਦੇ ਚਿੱਥੇ ਨਾ ਪਾਓ, ਹਜੇ ਤੇ ਪੁਰਾਣੇ ਗੁਨਾਹਾਂ ਨੂੰ ਹੀ ਮਾਫੀ ਮਿਲ ਰਹੀ ਹੈ। ਹਜੇ ਇੰਨੇ ਕੁ ਚਿੱਥੇ ਨਾ ਪਾਓ, ਅਜੇ ਤੇ ਪੁਰਾਣੇ ਪਾਪ ਹੀ ਕੱਟੇ ਜਾ ਰਹੇ ਨੇ, ਹਜੇ ਉਹ ਬਖਸ਼ਾਉਣੇ ਨੇ ਪਹਿਲਾਂ, ਫਿਰ ਜਾ ਕੇ ਤੇ ਅੱਗੇ ਖੇਡ ਸ਼ੁਰੂ ਹੋਏਗੀ। ਇਸ ਕਰਕੇ ਮਹਾਰਾਜ ਕਹਿੰਦੇ ਇਹੀ ਗੱਲ ਬੜੀ ਕੀਮਤੀ ਸੀ। ਦੇਖੋ ਭਾਈ ਵੀਰ ਸਿੰਘ ਹੋਰਾਂ ਨੇ ਲਿਖੀ ਹੈ, ਕਿਉਂਕਿ ਦਰਬਾਰ ਸਾਹਿਬ ਬੰਦਗੀ ਕਰਨ ਵਾਲੀ ਰੂਹਾਂ ਦੇ ਦਰਸ਼ਨ ਅਕਸਰ ਹੁੰਦੇ ਆ, ਪਰ ਉਹ ਤਾਂ ਹੁੰਦੇ ਆ ਜੇ ਤੁਸੀਂ ਰਾਤ ਪਹਿਰ ਰਹਿੰਦੀ ਜਾਓ, ਕਿਉਂਕਿ ਉਹ ਦਿਨੇ ਨਹੀਂ, ਦਿਨੇ ਉੱਥੇ ਦੁਨੀਆ ਸਾਰੀ ਉੱਥੇ ਆਈ ਹੁੰਦੀ ਹੈ। ਕੋਈ ਕਿੱਥੋਂ ਆਇਆ ਹੁੰਦਾ ਹੈ, ਕੋਈ ਕਿਸੇ ਭਾਵਨਾ 'ਚ ਆਇਆ ਹੁੰਦਾ, ਕੋਈ ਉੱਥੇ ਘੁੰਮਣ ਆਇਆ ਹੁੰਦਾ ਹੈ, ਕੋਈ ਕਿਸੇ ਦੇਖਣ ਆਇਆ ਹੁੰਦਾ ਹੈ। ਪਰ ਜਿਹੜਾ ਇਹ ਪਹਿਰ ਰਾਤ ਰਹਿੰਦੀ, ਤੁਸੀਂ 10-11 ਵਜੇ ਰਾਤੀ ਦਰਬਾਰ ਸਾਹਿਬ ਜਾਓਗੇ, ਰਾਤ ਦੀ ਸੇਵਾ ਹੁੰਦੀ ਹੈ, ਅੰਦਰ ਸੁੱਖੀ ਸੇਵਾ ਹੁੰਦੀ ਹੈ। ਉਹ ਜਿਹੜਾ ਸਮਾਂ ਹੁੰਦਾ ਹੈ ਨਾ, ਉਹ ਇਕੱਲਾ ਗੁਰੂ ਨੂੰ ਧਿਆਉਣ ਦਾ ਸਮਾਂ ਨਹੀਂ ਹੁੰਦਾ। ਉਹ ਮਨ ਦੇ ਅੰਦਰ ਇਹ ਵੀ ਤਾਂਘ ਹੁੰਦੀ ਹੈ ਕਿ ਬਖਸ਼ਿਸ਼ ਵਾਲਿਆਂ ਦੇ ਦਰਸ਼ਨ ਵੀ ਹੋਣ, ਇਹ ਮਨ ਦੇ ਅੰਦਰ ਭਾਵਨਾ ਹੁੰਦੀ ਹੈ। ਭਾਈ ਵੀਰ ਸਿੰਘ ਨੂੰ ਪੜ੍ਹੋ, ਭਾਈ ਵੀਰ ਸਿੰਘ ਸਿਖਾ ਕੇ ਗਏ ਨੇ, ਕਹਿੰਦੇ ਇਕੱਲੇ ਗੁਰੂ ਰਾਮਦਾਸ ਨੂੰ ਨਾ ਮਿਲਣ ਜਾਇਆ ਕਰੋ, ਜਿਹੜੇ ਗੁਰੂ ਰਾਮਦਾਸ ਜੀ ਨੂੰ ਧੰਨ ਆਖਦੇ ਨੇ ਨਾ, ਉਹਨਾਂ ਨੂੰ ਵੀ ਮਿਲਣ ਜਾਇਆ ਕਰੋ ਉੱਥੇ, ਉਹ ਵੀ ਉੱਥੇ ਹੁੰਦੇ ਅਕਸਰ। ਤੇ ਇੱਕ ਜੋੜਾ ਉੱਥੇ ਸੇਵਾ ਕਰਦਾ ਸੀ, ਤੇ ਇੱਕ ਬਜ਼ੁਰਗ ਉਹਨਾਂ ਜੋੜਿਆਂ ਨੂੰ, ਇਹ ਪੁਰਾਤਨ ਗਾਥਾ ਹੈ, ਸੱਚ ਗਾਥਾ ਹੈ। ਤੇ ਜੋੜਾ ਉਹਨਾਂ ਨੂੰ ਪੁੱਛਦਾ, ਬਜ਼ੁਰਗ ਉਹਨਾਂ ਨੂੰ ਪੁੱਛਦਾ ਕਿ ਸੇਵਾ ਤੇ ਤੁਸੀਂ ਬਹੁਤ ਕਰਦੇ ਹੋ, ਝਾੜੂ ਦੀ, ਪਰਿਕਰਮਾ ਤੇ ਸਰੋਵਰ ਨੂੰ ਧੋਣ, ਪਾਣੀ ਕੱਢ ਕੇ, ਜਲ ਕੱਢ ਕੇ ਅੰਮ੍ਰਿਤ ਦੇ ਨਾਲ ਤੁਸੀਂ ਧੋਂਦੇ ਹੋ, ਤੇ ਇੱਥੇ ਜਲ ਪਾਣੀ ਦੀ ਵੀ ਸੇਵਾ ਕਰਦੇ ਹੋ, ਪਿਲਾਉਣ ਦੀ, ਸਾਰੀ ਸੇਵਾ ਤੁਸੀਂ ਕਰਦੇ ਹੋ। ਉਹਨਾਂ ਨੇ ਇੱਕ ਗੱਲ ਕੀਤੀ ਬਜ਼ੁਰਗ ਨੇ ਕਿ ਹੁਣ ਦਾ ਵੀ ਕੁਝ ਕਮਾਉਣਾ ਸ਼ੁਰੂ ਕੀਤਾ ਹੈ ਜਾਂ ਪੁਰਾਣਾ ਹੀ ਖਾ ਰਹੇ ਹੋ? ਹੈ ਗੁੱਜੀ ਭੇਦ ਸੀ, ਬੜਾ ਗੁੱਜਾ ਭੇਦ ਸੀ, ਬੜਾ ਗੁੱਜਾ। ਔਰ ਅਕਸਰ ਇਹ ਸਵਾਲ ਪੁੱਛੇ ਜਾਂਦੇ ਨੇ। ਉਹਨਾਂ ਥਾਵਾਂ ਤੇ ਬੰਦਗੀ ਕਰਨ ਵਾਲੀ ਰੂਹ ਕਿੱਥੇ ਤੁਹਾਨੂੰ ਦਰਸ਼ਨ ਦੇ ਜਾਏ, ਤੁਹਾਨੂੰ ਪਤਾ ਹੀ ਨਹੀਂ ਲੱਗੇਗਾ। ਬਾਅਦ 'ਚ ਪਤਾ ਲੱਗਦਾ ਕਿ ਕੋਈ ਬਖਸ਼ਿਸ਼ ਵਾਲੀ ਰੂਹ ਸੀ। ਇਹ ਨਿੱਜੀ ਅਨੁਭਵ ਤੋਂ, ਕੋਈ ਗੱਲਾਂ ਬਾਤਾਂ ਨਹੀਂ। ਵੈਸੇ ਤੇ ਕੱਖ ਨਹੀਂ ਹੈ ਸਾਡੀ ਝੋਲੀ 'ਚ, ਪਰ ਜੋ ਅਸੀਂ ਸਾਂਝਾ ਕਰ ਸਕਦੇ ਹਾਂ ਉਹ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉੱਥੇ ਤਰਕ ਵਿਤਰਕ ਹੋ ਕੇ ਨਹੀਂ ਜਾਣਾ। ਦੁਨੀਆ ਦੇ ਕਰੋੜਾਂ ਲੋਕ ਦਰਬਾਰ ਸਾਹਿਬ ਨੂੰ ਨਿੰਦਣ ਲੱਗ ਜਾਣ, ਪਰ ਗੁਰੂ ਕੇ ਸਿੱਖੋ, ਉਹਦਾ ਕਣ ਕਣ, ਉਹਦਾ ਜ਼ਰਰਾ ਜ਼ਰਰਾ ਇਤਿਹਾਸ ਦੇ ਨਾਲ ਲਬਰੇਜ਼ ਹੈ। ਇੱਕ ਇੱਕ ਇੱਟ ਦੇ ਥੱਲੇ ਉਹਦੀ ਸ਼ਹਾਦਤ ਹੈ। ਬੜਾ ਕੀਮਤੀ ਸਥਾਨ ਹੈ। ਤੇ ਉੱਥੇ ਉਸ ਬਜ਼ੁਰਗ ਨੇ ਉਸ ਦੰਪਤੀ ਤੋਂ ਪੁੱਛਿਆ ਕਿ ਪੁਰਾਣੀ ਬੰਦਗੀ ਹੈ ਜਾਂ ਕੁਝ ਕਮਾਇਆ ਵੀ ਅੱਗੇ? ਉਹ ਚੁੱਪ ਹੋ ਗਏ, ਦੋਨੋਂ ਚੁੱਪ ਹੋ ਗਏ। ਤੇ ਫਿਰ ਥੋੜੀ ਦੇਰ ਬਾਅਦ ਬੋਲੇ ਕਿ ਨਹੀਂ, ਪੁਰਾਣੀ ਹੈ, ਹਜੇ ਕੁਝ ਕਮਾ ਨਹੀਂ ਸਕੇ। ਤੇ ਬਜ਼ੁਰਗ ਕਹਿੰਦੇ ਹੁਣ ਤੁਹਾਡੇ ਅੱਗੇ ਕਮਾਉਣ ਦੀ ਗੱਤ ਸ਼ੁਰੂ ਹੈ, ਹੁਣ ਕਮਾਈ ਸ਼ੁਰੂ ਕਰੋ। ਪੁਰਾਣਾ ਬੜਾ ਵਰਤ ਲਿਆ, ਹੁਣ ਕਮਾਈ ਸ਼ੁਰੂ ਕਰੋ। ਇਹ ਨਾ ਹੋਏ ਕਿ ਇਹ ਪੁਰਾਣਾ ਵੀ ਮੁੱਕ ਜਾਏ। ਇਹ ਬਹੁਤਾ ਨਹੀਂ ਹੁੰਦਾ, ਇਹ ਗਿਣਾ ਮਿੱਥਿਆ ਹੀ ਹੁੰਦਾ। ਇਹ ਸਾਰੇ ਹਿਸਾਬ ਚੱਲਦੇ ਆ ਜੀ। ਮਹਾਰਾਜ ਐਵੇਂ ਥੋੜੀ ਵਾਰੀ ਵਾਰੀ ਕਹਿ ਰਹੇ ਪੂਰਬਲਾ ਹੈ, ਪੂਰਬਲਾ ਹੈ। ਜੇ ਪੂਰਬਲਾ ਹੀ ਵਰਤੀ ਜਾਵਾਂਗੇ ਤੇ ਅੱਗਾ ਨਹੀਂ ਕਮਾਇਆ। ਜੇ ਸੇਵਿੰਗਸ ਹੀ ਵਰਤੀ ਜਾਵਾਂਗੇ ਤੇ ਕਿੰਨਾ ਕੁ ਚਿਰ ਸੇਵਿੰਗ ਚੱਲੇਗੀ? ਸਿੱਧੀ ਜੀ ਗੱਲ ਹੈ। ਉਹਨਾਂ ਨੇ ਦੋਹਾਂ ਜੀਆਂ ਨੇ ਜਿੱਥੇ ਸੇਵਾ ਕਰਨੀ, ਉਹਨਾਂ ਨੇ ਚੋਕੜਾ ਲਾਉਣਾ ਵੀ ਸ਼ੁਰੂ ਕਰਤਾ, ਬੰਦਗੀ ਵੀ ਸ਼ੁਰੂ ਕਰਤੀ। ਦੋਨੋਂ ਜੀਆਂ ਨੇ, ਭਾਈ ਵੀਰ ਸਿੰਘ ਲਿਖਦੇ ਨੇ, ਬਹੁਤ ਨੇਮ ਨਿਭਾਏ,
सच्ची मुच्ची अंदर भावना नाल विराग पैदा होया। एक दिन ख्याल आया उथे ਜਿਹੜੇ ਨਿੱਜ ਸੇਵਾ ਕਰਨ ਵਾਲੇ ਨੇ ਨਾ ਗੁਰੂ ਰਾਮਦਾਸ ਜੀ ਦੇ ਦਰ ਤੇ, ਉਹ ਨਿੱਜੀ ਨੇ, ਕੋਈ ਬਾਹਰੋਂ ਨਹੀਂ ਆ ਸਕਦਾ। ਇਹ ਉਸ ਦਰਬਾਰ ਦੀ ਮਰਿਆਦਾ ਹੈ। ਇਹਨੂੰ ਭਾਵੇਂ ਕੋਈ ਬੁਰਾ ਕਹੇ ਤੇ ਭਾਵੇਂ ਭਲਾ ਕਹੇ, ਜਿਹੜੀ ਮਰਿਆਦਾ ਤੇ ਮਰਿਆਦਾ ਹੈ। ਜਿਨ੍ਹਾਂ ਸਿੰਘਾਂ ਨੇ ਅੰਦਰ ਚੰਦੋਆ ਸਾਹਿਬ ਸੁੱਖੀ ਸੇਵਾ ਕਰਨੀ ਹੈ ਉਹਨਾਂ ਨੇ ਹੀ ਕਰਨੀ ਹੈ, ਉਹੀ ਕਰ ਰਹੇ ਨੇ। ਤੇ ਗਿੱਲੀ ਸੇਵਾ ਵਾਸਤੇ ਖਾਸ ਥਾਂ ਹੈ। ਉਸ ਥਾਂ ਤੱਕ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ ਹਰ ਕੋਈ ਸਿੰਘ ਨਹੀਂ ਪਹੁੰਚ ਸਕਦਾ, ਕੋਈ ਬਾਹਰ ਦਾ। ਉਸ ਚੌਗਿਰਦੇ, ਉਸ ਸੈਂਟਮ ਸੈਂਟੋਰੀਅਮ ਤੇ ਉਹੀ ਸੇਵਾ ਕਰਨਗੇ ਜਿਹੜੀ ਸੇਵਾ ਕਰ ਰਹੇ ਨੇ। ਇਹਨੂੰ ਬੜੀ ਖੁੱਲੀ ਭਾਵਨਾ ਦੇ ਨਾਲ ਸਮਝਿਓ, ਜੋ ਉੱਥੇ ਦੀ ਮਰਿਆਦਾ ਹੈ। ਹਾਂ, ਬਾਹਰੋਂ ਸਿੰਘ ਆਉਂਦੇ ਨੇ ਅੰਮ੍ਰਿਤਧਾਰੀ ਉਹ ਸੇਵਾ, ਪਰ ਉਹ ਇੱਕ ਦਾਇਰੇ ਤੱਕ। ਉਹ ਬਾਲਟੀ ਧੋਣ ਵਾਸਤੇ ਭਰੀ ਹੋਈ ਫੜਾ ਸਕਦੇ ਆ, ਪਰ ਅੰਦਰ ਖੜ ਨਹੀਂ ਸਕਦੇ ਅਸੀਂ ਬਹੁਤਾ ਚਿਰ। ਅੱਗੇ ਤੁਰਨਾ ਪੈਂਦਾ ਇੱਕ ਸੇਵਾ ਦੀ। ਜਿਨ੍ਹਾਂ ਨੇ ਭੱਟਾਂ ਦੇ ਸਵਈਏ ਪੜ੍ਹਨੇ ਨੇ ਪ੍ਰਕਾਸ਼ ਵੇਲੇ, ਉਹਨਾਂ ਨੇ ਹੀ ਪੜ੍ਹਨੇ ਨੇ। ਮੇਰੇ ਵਰਗਾ ਕਹੇ ਜੀ ਮੈਨੂੰ ਅੱਜ ਮੌਕਾ ਦੇ ਦਿਓ, ਇਵੇਂ ਨਹੀਂ ਹੈ, ਇਵੇਂ ਨਹੀਂ। ਰਾਗੀ ਸਿੰਘਾਂ ਦਾ ਵੀ ਇਹੀ ਹੈ, ਜਿਹੜੇ ਉੱਥੇ ਦੇ ਹਜ਼ੂਰੀ ਨੇ ਉਹੀ ਨੇ। ਅੰਦਰ ਦੀ ਜਿਹੜੀ ਮਰਿਆਦਾ ਹੈ, ਇਹਦੀ ਇੱਕ ਮਰਿਆਦਾ, ਇਹਦੇ ਬਾਰੇ ਵਿਚਾਰ ਜ਼ਰੂਰ ਕਰਾਂਗੇ, ਕੀ ਭੇਤ ਹੈ ਇਹਦਾ। ਬਸ ਮੈਂ ਜਿਹੜਾ ਇੱਕ ਨੁਕਤਾ ਆਪ ਸੰਗਤਾਂ ਦੇ ਸਾਹਮਣੇ ਪੇਸ਼ ਕਰਨਾ ਚਾਹੁੰਦਾ। ਅੰਦਰੋਂ ਇਹ ਐਲਾਨ ਹੋਇਆ, ਜਿਹੜੇ ਸੰਗਤਾਂ ਦੇ ਸੇਵਾ ਕਰਦੇ ਨਾ, ਉਹ ਆਪਸੀ ਹੀ ਐਲਾਨ ਹੁੰਦਾ, ਜਿਹੜੇ ਉੱਥੇ ਸੇਵਾ ਕਰਦੇ ਆ। ਤੇ ਉਹ ਸਾਰਾ ਦਾਸ ਨੇ ਡਾਕੂਮੈਂਟ ਕੀਤਾ ਹੋਇਆ। ਅੱਜ ਦੇ ਜਿਹੜੇ ਮਾਡਰਨ ਸਿੱਖਸ ਨੇ, ਕੰਟੈਂਪਰੇਰੀ ਟਾਈਮ 'ਚ ਜਿਹੜੇ ਸੇਵਾ ਕਰਦੇ ਆ, 6 ਸਾਲ ਦਾਸ ਅੰਮ੍ਰਿਤਸਰ ਰਿਹਾ ਤੇ 3 ਸਾਲ ਦਾਸ ਨੇ ਇੱਕ ਚੱਪਾ ਫੋਟੋਗ੍ਰਾਫੀ ਕੀਤੀ ਆ ਉਹਦੀ, ਇੱਕ ਸਿੰਘ ਦੀ, ਇੱਕ ਖੁੰਝੇ ਦੀ, ਇੱਕ ਆਰਟ ਦੀ। ਕੀ ਚੇਂਜਿਸ ਆਏ ਨੇ ਉਹਨਾਂ 6 ਸਾਲਾਂ ਦੇ ਵਿੱਚ, ਤੇ ਕਿੰਨੀ ਵਾਰੀ ਫਰੈਸਕੋ ਵਰਕ ਚੇਂਜ ਹੋਇਆ। ਪੁਰਾਤਨ ਪੇਂਟਿੰਗਸ, ਪੁਰਾਤਨ ਫਰੈਸਕੋ ਵਰਕ, ਨਵੀਨ ਫਰੈਸਕੋ ਵਰਕ, ਸਾਰੀ ਡਾਕੂਮੈਂਟੇਸ਼ਨ। ਹਾਂ, ਆਉਣ ਵਾਲੇ ਸਮੇਂ 'ਚ ਸਤਿਗੁਰੂ ਨੇ ਕਿਰਪਾ ਕੀਤੀ ਤੇ ਉਹ ਕਾਰਜ ਕੱਢਾਂਗੇ। ਉਹ ਕਾਰਜ ਡਿਜੀਟਲਾਈਜ਼ ਕਰਕੇ ਕਿਤਾਬਾਂ ਰੂਪ ਦੇ ਵਿੱਚ ਸਤਿਗੁਰੂ ਨੇ ਕਿਰਪਾ ਕੀਤੀ ਤੇ ਜ਼ਰੂਰ ਆਉਣਗੇ ਸਾਹਮਣੇ, ਕਿਉਂਕਿ ਹਜੇ ਕੱਢਦੀ ਉਹਦੀ ਕਦਰ ਨਹੀਂ ਹੈ। ਅੱਜ ਤੋਂ 20-30 ਸਾਲਾਂ ਬਾਅਦ ਉਹਦੀ ਕਦਰ ਪਏਗੀ, ਜਦ ਪਤਾ ਲੱਗੇਗਾ ਕਿ ਪੁਰਾਤਨ ਕੀ ਸੀ, ਅੱਜ ਤੋਂ 30 ਸਾਲਾਂ ਪਹਿਲਾਂ ਕੀ ਸੀ। ਜਦੋਂ ਇਹ ਪਤਾ ਲੱਗਿਆ ਕਿ ਅੰਦਰ ਜਿਹੜੀ ਮਹਾਰਾਜ ਜੀ ਦੀ ਬੀੜ ਸਾਹਿਬ ਹੈ, ਉਹਦੀ ਜਿਲਦ ਬਿਰਦ ਹੋ ਗਈ ਹੈ, ਤੇ ਉਹਦੀ ਸੇਵਾ ਵਾਸਤੇ ਕੌਣ ਅੱਗੇ ਆਏਗਾ, ਕਿਹੜਾ ਸੇਵਾ ਕਰਾਏਗਾ। ਉਹਨਾਂ ਦੋਨਾਂ ਜੀਆਂ ਦੇ ਮਨ 'ਚ ਖਿਆਲ ਆਇਆ ਕਿ ਅਸੀਂ ਸੇਵਾ ਸਿਮਰਨ ਦੋਨੋਂ ਕਰ ਰਹੇ ਹਾਂ, ਪਰ ਇਹ ਬੜੀ ਵੱਡੀ ਸੇਵਾ, ਇਹਨੂੰ ਖੁੰਝਾਈਏ ਨਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਬੀੜ ਪ੍ਰਕਾਸ਼ ਹੁੰਦੀ ਹੈ, ਇਹਦੀ ਸੇਵਾ ਦਾ ਮੌਕਾ ਮਿਲਿਆ, ਇਹਦੀ ਜਿਲਦ ਅਸੀਂ ਬਣਵਾਈ। ਉਹਨਾਂ ਨੇ ਕਹਿ ਦਿੱਤਾ ਜੀ ਇਹ ਸੇਵਾ ਸਾਨੂੰ ਦਿਓ ਤੁਸੀਂ, ਜਿੰਨੀ ਕੁ ਸੇਵਾ ਲੱਗੇਗੀ। ਉਸ ਦਿਨ ਰਾਤੀ ਉਹ ਸੇਵਾ ਕਰਕੇ ਘਰ ਗਏ ਨੇ, ਤੇ ਘਰ ਜਿਹੜੀ ਦੋਨਾਂ ਨੇ ਸਲਾਹ ਕੀਤੀ ਕਿ ਅਸੀਂ ਕਿਉਂ ਨਾ ਕਿਸੇ ਹੋਰ ਚੀਜ਼ ਦੀ ਬਣਵਾਉਣ ਨਾਲੋਂ ਸੋਨੇ ਦੀ ਨਾ ਬਣਵਾ ਦਈਏ ਜਿਲਦ। ਤੇ ਫਿਰ ਉਹ ਜਿਹੜੇ ਦੋਨੋਂ ਸਨ ਹੈਰਾਨ ਹੋ ਗਏ, ਇੰਨਾ ਕਿੱਥੋਂ ਲਿਆਵਾਂਗੇ। ਤੇ ਯਾਦ ਇਹ ਸੱਚੀ ਗੱਲ ਵਾਪਰੀ, ਅੰਦਰ ਦੀ ਭਾਵਨਾ। ਜਿੰਨਾ ਘਰ ਦਾ ਸੋਨਾ ਸੀ, ਜਿੰਨਾ ਗਹਿਣਾ ਗੱਟਾ ਸੀ, ਉਹਨਾਂ ਨੇ ਸਾਰਾ ਦੇ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੀੜ ਦੇ ਉਹਨਾਂ ਨੇ ਜਿਲਦ ਸੋਨੇ ਦੀ ਚੜਵਾਈ। ਅੱਜ ਵੀ ਕਦੀ ਵੀ ਜਦ ਗੁਰੂ ਰਾਮਦਾਸ ਜੀ ਦੇ ਜਾਂ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ 'ਤੇ ਉਸ ਬੀੜ ਦਾ ਪ੍ਰਕਾਸ਼ ਕੀਤਾ ਜਾਂਦਾ ਤੇ ਉਸ ਬੀੜ ਦੇ ਦਰਸ਼ਨ ਹੁੰਦੇ। ਉਹ ਇੱਕ ਦੰਪਤੀ ਨੇ ਸਿਰਫ ਇੱਕ ਭਾਵਨਾ ਵਿੱਚ ਸੇਵਾ ਕਰਵਾਈ। ਇੱਥੇ ਦੇਣ ਜਾਂ ਲੈਣ ਦੀ ਗੱਲ ਨਹੀਂ ਹੋ ਰਹੀ, ਗੱਲ ਇਹ ਹੋ ਰਹੀ ਹੈ ਕਿ ਜਦ ਗੁਰੂ ਕਿਰਪਾ ਵਰਤਾਉਂਦਾ ਹੈ ਨਾ, ਤੇ ਨਿਮਾਣਿਆਂ ਨਿਤਾਣਿਆਂ ਤੋਂ ਐਸੀਆਂ ਸੇਵਾਵਾਂ ਵੀ ਕਰਵਾ ਲੈਂਦਾ ਹੈ ਜਿਨ੍ਹਾਂ ਨੇ ਕਦੀ ਉਸ ਬਾਰੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੁੰਦਾ। ਇਹ ਗੁਰੂ ਦੀ ਬਖਸ਼ਿਸ਼ ਹੁੰਦੀ ਹੈ। ਇੱਥੇ ਆ ਕੇ ਕਦੀ ਵੀ ਅੰਡਰ ਐਸਟੀਮੇਟ ਨਹੀਂ ਕਰਨਾ, ਇੱਥੇ ਆ ਕੇ ਕਦੀ ਵੀ ਘੱਟ ਦਾ ਨਹੀਂ ਸੋਚਣਾ, ਇੱਥੇ ਵੱਧਦਾ ਹੀ ਸੋਚੋ। ਇੱਥੇ ਗੁਰਸਿੱਖਾਂ ਮਨ ਵਧਾਈਆਂ, ਵਧਾਈਆਂ, ਵਧਾਈ ਦਾ ਮਤਲਬ ਹੁੰਦਾ ਵਾਧਾ। ਇੱਥੇ ਘਾਟਾ ਨਹੀਂ ਹੈ, ਇੱਥੇ ਵਾਧਾ ਹੈ। ਇੱਥੇ ਜੋ ਨਹੀਂ ਵੀ ਸੋਚਿਆ ਹੋਏਗਾ ਉਸ ਤੋਂ ਵੀ ਵੱਧ ਮਿਲਣ ਵਾਲਾ ਹੈ। ਪਰ ਭਾਵਨਾ ਕੀ ਹੈ? ਚਿੱਥੇ ਨਹੀਂ ਪੈਣਾ ਭਾਈ, ਕਾਲੇ ਨਹੀਂ ਪੈਣਾ ਭਾਈ, ਔਖੇ ਜੇ ਨਹੀਂ ਹੋਣਾ, ਛੱਡੀਏ ਹੁਣ ਛੱਡੀ ਨਹੀਂ, ਬਸ ਲੱਗੇ ਰਹੋ। ਪਿਛਲੇ ਗੁਨਾਹ ਬਖਸ਼ਾਏ ਜਿਓ, ਅਬ ਤੂੰ ਮਾਰਗ ਪਾਏ, ਹਰ ਕੀ ਚਰਣੀ ਲੱਗ ਰਹਾ। ਮਹਾਰਾਜ ਕਹਿੰਦੇ ਲੱਗੇ ਰਹੋ, ਹਟਿਓ ਨਾ, ਟੁੱਟਿਓ ਨਾ, ਹਰ ਕੀ ਚਰਣੀ ਲਾਗ ਰਹਾ, ਵਿੱਚੋਂ ਆਪ ਗਵਾਏ ਤੇ ਮੈਂ ਮੇਰੀ ਮਾਰਨ ਦੀ। ਲੱਗੇ ਰਹੋ, ਮਹਾਰਾਜ ਕਹਿੰਦੇ ਹੋ ਹਰ ਕੀ ਚਰਣੀ ਲਾਗ ਰਹਾ, ਪ੍ਰਭੂ ਦੀ ਚਰਣੀ ਲਗੇ ਰਵਾਂ, ਪ੍ਰਭੂ ਦੇ ਨਤਮਸਤਕ ਹੋਵਾਂ, ਨਿਤ ਉਠ ਗਾਵੋ ਪ੍ਰਭ ਕੀ
ਬਾਣੀ, ਇਹ ਵਾਲੀ ਕਾਰਜ ਦੇ ਵਿੱਚ ਮਨ ਜੁੜਿਆ ਰਹੇ, ਗੁਰੂ ਦੀ ਸੰਗਤ, ਗੁਰੂ ਦਾ ਭਾਉ, ਇਸ ਤੋਂ ਨਾਗਾ ਨਾ ਪਏ। ਬਾਕੀ ਬਰਕਤਾਂ ਜਿਸ ਵੇਲੇ ਗੁਰੂ ਨੇ ਵਰਤਾਉਣੀਆਂ, ਗੁਰੂ ਕੀਆਂ ਗੁਰੂ ਜਾਣੇ ਜੀ। ਮੇਰੇ ਮਨ ਗੁਰਮੁਖ ਨਾਮ ਹਰ ਧਿਆਏ, ਸਦਾ ਹਰ ਚਰਣੀ ਲਾਗ ਰਹਾ, ਇਕ ਮਨ ਏਕੈ ਪਾਏ ਰਹਾਉ। ਹਾਂ, ਭਾਈ ਵੀਰ ਸਿੰਘ ਨੇ ਇਹ ਵੀ ਲਿਖਿਆ ਕਿ ਉਹਨਾਂ ਘਰ ਇੰਨਾ ਸੋਨਾ ਨਹੀਂ ਸੀ, ਬੜੇ ਮੈਡੀਓਕਰ ਜੀ ਫੈਮਿਲੀ ਸੀ, ਪਰ ਜਦ ਗੁਰੂ ਕਰਾਉਣ ਤੇ ਆਉਂਦਾ ਤੇ ਬੜਾ ਕੁਛ ਕਰਾ ਦਿੰਦਾ। ਕਿਵੇਂ ਸੇਵਾ ਇਕੱਠੀ ਹੋਈ, ਕਿੰਨੇ ਸੇਵਾ ਪਾਈ, ਕੀ ਕਰਾਇਆ, ਪਰ ਬਖਸ਼ਿਸ਼ ਉਹਨਾਂ ਨੂੰ ਮਿਲੀ। ਜਿਹਨੂੰ ਬਖਸ਼ਿਸ਼ ਮਿਲੀ, ਕੀ ਦਾ ਕੀ ਹੋ ਗਿਆ। ਥੋੜਾ ਜਿਹਾ ਸੋਨਾ ਉਹਨਾਂ ਕੋਲ ਸੀ, ਪਰ ਕਿੱਡਾ ਵੱਡਾ ਕਾਰਜ ਗੁਰੂ ਨੇ ਉਹਨਾਂ ਤੋਂ ਕਰਾ ਲਿਆ। ਭਾਵਨਾ ਹੈ ਇੱਕ, ਪਿਛਲਾ ਹੈ, ਕੱਲਾ ਪਿਛਲੇ ਦੇ ਸਿਰ ਤੇ ਨਹੀਂ, ਅੱਗੇ ਵੀ, ਆਗੇ ਸਮਝ ਚਲੋ ਨੰਦ ਲਾਲਾ। ਇਹ ਸ਼ਬਦ ਸਿਰਫ ਉਸੀ ਪਰਥਾਇਆ ਰਹਾਓ ਦੀ ਤੁਕ ਸਰਵਣ ਕਰੋ। ਮੇਰੇ ਮਨ ਗੁਰਮੁਖ ਨਾਮ ਹਰ ਧਿਆਏ, ਗੁਰੂ ਦੇ ਸਨਮੁਖ ਰਹਿ ਕੇ ਗੁਰਮੁਖਾਂ ਦੀ ਤਰ੍ਹਾਂ ਧਿਆਓ। ਸਦਾ ਹਰ ਚਰਣੀ ਲਾਗ ਰਹਾ, ਇੱਕ ਮਨ ਏਕੈ ਭਾਏ। ਗੁਰੂ ਸਾਹਿਬ ਫਿਰ ਕਹਿ ਰਿਹਾ, ਨਾ ਥਕਿਓ ਭਰਿਓ, ਨਾ ਮੁੜਿਓ, ਨਾ ਘਬਰਾਇਓ, ਨਾ ਚਿੱਥੇ ਪਇਓ। ਬਸ ਬਾਰੰਬਾਰ ਸਤਿਗੁਰੂ ਗੁਰੂ ਅਮਰਦਾਸ ਜੀ ਇਹੀ ਕਹਿ ਰਿਹਾ ਹੈ, ਸਦਾ ਹਰ ਚਰਣੀ ਲਾਗ ਰਹਾ, ਸਦਾ ਹੀ ਜੁੜੇ ਰਹਿਓ ਕਿ ਕਦ ਗੁਰੂ ਦੀ ਬਰਕਤ ਵਰਤ ਜਾਏ, ਕਿਰਪਾ ਵਰਤ ਜਾਏ, ਕਿਸੇ ਨੂੰ ਨਹੀਂ ਪਤਾ। ਇੱਕ ਮਨ ਏਕੈ ਭਾਏ, ਇੱਕੋ ਭਾਓ, ਇੱਕੋ ਮਨ, ਦੁਚਿੱਤਾ ਭਾਵਨਾ ਨਹੀਂ, ਕੋਈ ਦੁਬਦਾ ਨਹੀਂ ਜੀ, ਇੱਕੋ ਪ੍ਰੇਮ ਦੇ ਵਿੱਚ ਰਹਾਓ। ਨਾ ਮੈਂ ਜਾਤ ਨਾ ਪਤ ਹੈ, ਨਾ ਮੈਂ ਥੇ ਨਾ ਥਾਉ, ਸ਼ਬਦ ਭੇਦ ਭ੍ਰਮ ਕੱਟਿਆ, ਗੁਰ ਨਾਮ ਦਿਆ ਸਮਝਾਏ। ਫਿਰ ਪਤਾ ਲੱਗੇਗਾ ਜਿਸ ਜਾਤ ਦਾ ਅਸੀਂ ਮਾਣ ਕਰੀ ਫਿਰਦੇ ਸੀ, ਇੱਥੇ ਨਹੀਂ ਹੈ। ਅੱਗੇ ਜਾਤ ਨਾ ਜੋਰ ਹੈ, ਅੱਗੇ ਜੀਓ ਨਵੇਂ, ਇੱਥੇ ਨਹੀਂ ਚਲਦੀ। ਫਿਰ ਪਤਾ ਲੱਗਦਾ ਨਾ, ਜਿਨ੍ਹਾਂ ਜ਼ਮੀਨਾਂ, ਤਾਕਤਾਂ, ਥਾਵਾਂ ਦਾ ਅਸੀਂ ਮਾਣ ਕਰੀ ਫਿਰਦੇ ਸੀ ਨਾ, ਇਹ ਘਰ, ਇਹ ਥਾਵਾਂ, ਇਹ ਸਾਡੇ ਕੋਲ ਇੰਨੀਆਂ ਕੁ ਨੇ। ਇੱਥੇ ਆ ਕੇ ਪਤਾ ਲੱਗਦਾ ਹੈ, ਭਾਈ ਡੱਲਾ ਕਹਿੰਦਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪੀੜੀ ਜਿੰਨੀ ਥਾਂ ਦੇ ਦਿਓ। ਮਹਾਰਾਜ ਕਹਿੰਦੇ ਇਹ ਸ਼ਰਤ ਹੈ, ਜੇ ਕਬੂਲ ਕਰ ਲੇਗਾ ਤੇ ਪੀੜੀ ਕੀ ਸਭ ਕੁਝ ਲੈ ਲੇਗਾ। ਬਸ ਸਿੱਖੀ ਅਪਣਾ ਲੈ, ਆ ਸਿੱਖੀ ਦਾ ਬੂਟਾ ਪ੍ਰਫੁੱਲਿਤ ਕਰ ਲੈ, ਖੰਡੇ ਬਾਟੇ ਦੀ ਪੌਲ ਲੈ। ਗੁਰੂ ਸਾਹਿਬ ਦੀ ਮੌਜ ਹੈ। ਸਾਹਿਬ ਜੀ ਨੇ ਕਿਹਾ ਉਹਨੇ ਪੀੜੀ ਜਿੱਡੀ ਥਾਂ, ਉਹਨੂੰ ਇੱਕ ਭਾਵਨਾ ਹੈ। ਭਾਈ ਡੱਲਾ ਮਾਲਵੇ ਦੀ ਧਰਤੀ, ਸਾਬੋ ਕੀ ਤਲਵੰਡੀ, ਕਿੱਡੀ ਕੁ ਜ਼ਮੀਨਾਂ, ਕਿੱਡਾ ਕੁ ਉਹਦਾ ਰਾਜ ਭਾਗ, ਮੋਢੀਆਂ ਵਿੱਚੋਂ ਸੀ, ਆਗੂਆਂ ਵਿੱਚੋਂ ਸੀ। ਪਰ ਉਹਨੂੰ ਇਹ ਪਤਾ ਲੱਗ ਗਿਆ ਕਿ ਨਹੀਂ, ਪੀੜੀ ਜਿੱਡੀ ਥਾਂ ਵੀ ਨਹੀਂ ਹੈ ਮੇਰੇ, ਇਹ ਗੁਰੂ ਦੀ ਬਖਸ਼ਿਸ਼। ਇਹ ਹੈ ਭਾਵਨਾ। ਨਾ ਮੈਂ ਜਾਤ ਨਾ ਪਤ ਹੈ, ਨਾ ਜਾਤ ਹੈ ਤੇ ਨਾ ਪਤ ਹੈ, ਨਾ ਇੱਜ਼ਤ, ਨਾ ਮੈਂ ਥੇ ਨਾ ਥਾਉ। ਉਹ ਜਿਹੜੀ ਥਾਂ ਮੈਂ ਲੱਭ ਰਿਹਾ ਨਾ, ਉਹ ਨਹੀਂ ਹੈ ਹਜੇ। ਗੁਰੂ ਕੇ ਦਰ ਤੇ ਬਹਿਣ ਦੀ ਜਾਂ ਮਨ ਰੂਪੀ ਗੁਰੂ ਦੇ ਚਰਨਾਂ 'ਚ ਥਾਂ ਨਹੀਂ ਬਣੀ ਹੈ, ਕੋਈ ਥਾਂ ਨਹੀਂ ਮਿਲੀ। ਸ਼ਬਦ ਭੇਦ ਭ੍ਰਮ ਕੱਟਿਆ, ਗੁਰਨਾਮ ਦੀਆ ਸਮਝਾਏ। ਇਹ ਭੇਦ ਗੁਰੂ ਨੇ ਸ਼ਬਦ ਰਾਹੀਂ ਸਮਝਾ ਦਿੱਤਾ ਹੈ ਕਿ ਭਾਈ ਨਾ ਬਾਹਰ ਦਾ ਮਾਣ, ਨਾ ਬਾਹਰ ਦਾ ਤਾਣ, ਨਾ ਜ਼ਾਤ, ਨਾ ਪਾਤ, ਨਾ ਦੌਲਤ, ਨਾ ਧਰਤੀ, ਇਹ ਕੁਛ ਵੀ ਨਾਲ ਨਹੀਂ ਜਾਣ ਵਾਲਾ। ਨਾਲ ਜਿਹੜਾ ਜਾਣ ਵਾਲਾ ਹੈ, ਗੁਰੂ ਦੇ ਚਰਨਾਂ ਵਿੱਚ ਜਿਹੜੀ ਥਾਂ ਹੈ, ਗੁਰੂ ਦਾ ਨਾਮ ਹੈ, ਗੁਰੂ ਦੀ ਬਖਸ਼ਿਸ਼ ਹੈ ਜੀ। ਇਹ ਮਨ ਲਾਲਚ ਕਰਦਾ ਫਿਰੈ, ਲਾਲਚ ਲਾਗਾ ਜਾਏ, ਧੰਦੇ ਕੂੜ ਵਿਆਪਿਆ, ਜਮਪੁਰ ਚੋਟਾਂ ਖਾਏ। ਪਰ ਜੇ ਲਾਲਚ ਵਿੱਚ ਹੀ ਅਡਿਆ ਰਿਹਾ ਇਹ ਮਨ ਲਾਲਚ ਕਰਦਾ ਫਿਰੈ, ਲਾਲਚ ਲਾਗਾ ਜਾਏ, ਲਾਲਚ ਵਿੱਚ ਹੀ ਫਿਰ ਤੁਰਿਆ ਰਹਿੰਦਾ। ਸਾਰੀ ਉਮਰ ਫਿਰ ਲਾਲਚ ਵਿੱਚ ਹੀ ਲੰਘਦੀ ਹੈ। ਕਦੀ ਬੰਦਾ ਰੱਜਦਾ ਨਹੀਂ, ਕਦੀ ਵੀ ਨਹੀਂ ਰੱਜਦਾ, ਅੰਤ ਤੱਕ ਨਹੀਂ ਫਿਰ ਰੱਜ ਹੁੰਦਾ। ਧੰਦਾ ਕੂੜ ਵਿਆਪਿਆ, ਕੂੜੇ ਧੰਦੇ ਵਿੱਚ ਵਿਆਪਿਆ ਹੋਇਆ। ਸੱਚਾ ਤੇ ਇਹੀ ਹੈ ਨਾ, ਸੱਚ ਵਖਰ ਤੇ ਇਹੀ ਹੈ ਨਾਮ ਜਪਣਾ। ਇਹ ਜੇ ਜਪਿਆ ਨਹੀਂ, ਧੰਦਾ ਕੂੜ ਵਿਆਪਿਆ, ਜਮਪੁਰ ਚੋਟਾਂ ਖਾਏ, ਫਿਰ ਜਮਾਂ ਦੀ ਮਾਰ ਸਿਰ ਤੇ ਪੈਂਦੀ ਹੈ ਜੀ। ਨਾਨਕ ਸਭ ਕਿਛ ਆਪੇ ਆਪ ਹੈ, ਦੂਜਾ ਨਾਹੀ ਕੋਇ, ਭਗਤ ਖਜ਼ਾਨਾ ਬਖਸ਼ਿਓ ਨ ਗੁਰਮੁਖਾਂ। ਨਾਨਕ ਸਭ ਕੁਛ ਆਪੇ ਆਪ ਹੈ, ਆਪ ਹੀ ਹੈ। ਚੰਗਾ ਵੀ ਹੋ, ਮੰਦਾ ਵੀ ਹੋ, ਮਨਮੁਖਾਂ ਵਿੱਚ ਵੀ ਉਹਦੀ ਕਿਰਪਾ, ਉਹਦੀ ਬਖਸ਼ਿਸ਼, ਉਹਦੀ ਕਲਾ, ਉਹਦਾ ਹੀ ਸਾਰਾ ਕੁਝ ਵਰਤ ਰਿਹਾ। ਉਹਦੇ ਵਿੱਚ ਵੀ ਹੈ, ਰਾਤ ਵਿੱਚ ਵੀ ਉਹ ਹੈ ਤੇ ਦਿਨ ਵਿੱਚ ਵੀ ਉਹ ਹੈ, ਮੁਹੱਬਤ ਵਿੱਚ ਵੀ ਉਹ ਹੈ
ਤੇ ਨਫ਼ਰਤਾਂ ਵਿੱਚ ਵੀ ਉਹ ਹੈ। ਨਮਹੁ ਕਲਹ ਕਰਤਾ ਨਮਹੁ ਸ਼ਾਂਤ ਰੂਪੇ, ਕਲੇਸ਼ ਵਿੱਚ ਵੀ ਉਹ ਹੈ ਤੇ ਸ਼ਾਂਤ ਰੂਪ ਵਿੱਚ ਵੀ ਉਹ ਹੈ। ਇਹ ਕੋਈ ਬਿਰਲਾ ਸਮਝਦਾ ਹੈ, ਕੋਈ ਬਿਰਲਾ ਜਾਣਦਾ ਹੈ ਕਿ ਉਹੀ ਹੈ, ਉਹਦੀ ਹੀ ਕਲਾ ਵਰਤ ਰਹੀ ਹੈ। ਨਾਨਕ ਸਾਹਿਬ ਜੀ ਕਹਿੰਦੇ ਸਭ ਕਿਛ ਆਪੇ ਆਪ ਹੈ, ਦੂਜਾ ਨਾਹੀ ਕੋਏ, ਕੋਈ ਦੂਸਰਾ ਨਹੀਂ। ਭਗਤ ਖਜ਼ਾਨਾ ਬਖਸ਼ਿਓਨ ਗੁਰਮੁਖਾਂ ਸੁਖ ਹੋਏ। ਪਰ ਜਿਹਨੂੰ ਭਗਤੀ ਦਾ ਖਜ਼ਾਨਾ ਬਖਸ਼ ਦਿੱਤਾ, ਬਾਹਰੋਂ ਭਾਵੇਂ ਦੁੱਖਾਂ ਦੀ ਤੱਤੀ ਵਾਓ ਚੱਲ ਰਹੀ ਹੈ, ਉਹਨਾਂ ਦੇ ਅੰਦਰ ਸੁੱਖ ਹੈ। ਬਾਹਰੋਂ ਭਾਵੇਂ ਜੋ ਮਰਜ਼ੀ ਹੈ, ਪਰ ਉਹਨਾਂ ਦੇ ਅੰਦਰ ਭਗਤੀ ਦਾ ਖਜ਼ਾਨਾ ਹੈ, ਉਹਨਾਂ ਦਾ ਮਨ ਟਿਕਾ ਦੇ ਵਿੱਚ ਹੈ। ਇੱਥੇ ਸਮੇਂ ਦੀ ਸਮਾਪਤੀ ਹੈ। ਵਿਚਾਰ ਕਰਦੇ ਹਾਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ। ਆਪ ਬਖਸ਼ ਦੇਣਾ ਜੀ। ਆਪ ਸੰਗਤ ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਇਹ ਮੁਕੱਦਸ ਬਾਣੀ ਸਰਵਣ ਕਰ ਰਹੇ ਹੋ। ਆਪ ਸੰਗਤਾਂ ਦੀ ਟੇਕ ਆਸਰਾ ਸਦਕਾ ਹੀ ਵਿਚਾਰ ਹੋ ਰਿਹਾ। ਧੰਨਵਾਦ ਹੈ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ, ਆਪ ਸੰਗਤਾਂ ਦਾ, ਭਾਈ ਸਾਹਿਬ ਭਾਈ ਰਾਜਵਿੰਦਰ ਸਿੰਘ ਹੋਰਾਂ ਦਾ। ਇਹ ਵਿਚਾਰਾਂ ਆਪ ਸੰਗਤਾਂ ਦੇ ਸਦਕੇ, ਜਿਹੜੀ ਸੰਗਤਾਂ ਘਰ ਬੈਠੀਆਂ ਨੇ ਉਹਨਾਂ ਸਾਰਿਆਂ ਦਾ ਧੰਨਵਾਦ, ਜਿਹੜੇ ਆਪ ਲਗਾਤਾਰ ਜੁੜੇ ਹੋਏ ਹੋ। ਸਤਿਗੁਰ ਭਲੀ ਕਰਨ ਕਿ ਆਪ ਸਾਰਿਆਂ ਨੂੰ ਸਿਹਤਯਾਬੀ ਬਖਸ਼ਣ। ਹੇ ਪ੍ਰਾਣਨਾਥ ਗੋਬਿੰਦੈ ਕਿਰਪਾ ਨਿਧਾਨ ਜਗਤ ਗੁਰੂ, हे संसार ताप हरनै करुणा मैं सब दुख हरो, हे शरण जोग दयालै दीनानाथ मया करो। शरीर स्वस्थ खीण समय सिमरंत नानक, राम दमोदर माधव है। सतगुर बख्शिश करन। इन्नी क विचारां अज समाप्ति, बाकी विचारां कल लई। गज वज के फतेह बुलाओ, आखो जी वाहिगुरू जी का खालसा वाहिगुरू जी की फतेह। वाहेगुरु साहिब जियो, सोई सुनंदड़ी मेरा तन मन मौला, नाम जपंदड़ी लाली पंध जुलंदड़ी मेरा अंदर ठंडा, गुरु दर्शन देख निहाली, अंदर सच्चा ने लाया प्रीतम अपने, तन मन होए निहाल, जा गुर देखा सामने। सज्जन सच्चा पातशाह, सिर शाहां दे शाह, जिस पास बैठिया सोहिए, सबना दा वेसा। सतनाम वाहेगुरु साहिब जियो, सूही महला पंजवा। दर्शन देख जीवा गुर तेरा, पूरन कर्म होए प्रभ मेरा। दर्शन देख जीवा गुर तेरा, पूरन कर्म होए प्रभ मेरा। बिनती सुन प्रभ मेरे, देह नाम कर अपने चेरे। रहाओ अपनी शरण राख प्रभ दाते, गुर प्रसाद किनै विरलै जाते। सुनो बिनो प्रभ मेरे नीता,
चरण कमल वसह मेरे चीता। नानक एक करे अरदास, विसर नाही पूरन गुणतास। नानक एक करे अरदास, विसर नाही पूरन गुणतास। वाहिगुरु जी का खालसा, वाहिगुरु जी की फतेह। सोहेला राग गौड़ी दीप की महला पहला। एक ओंकार सतगुरु प्रसाद, जय घर कीरत आखिए। करते का होए विचारो, तित कर गावो सोहेला सिरो सृजनहारो। तुम गावो मेरे निर्भौ का सोहेला, हमारी जिस सोहेले सदा सुख होए रहाओ। नित नित जियड़े संभालियन, देखेगा देवनहार। तेरा दाने कीमत ना पवै, तिस दाते कवन शुमार। संबत साहा लिखिया, मिलकर पावो तेल। देह सजन असीसड़ियां, जो होवै सहब सिव मेल। घर कारे हो पाउचा, सदरे नित पावन। सदनहारा सिमरियै, नानक से देहावन। रागासा महला पहला। छे कार छे उपदेश, करते कीर्त होए। तो घर राख बढ़ाई